ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਤਿਨ ਬੇਦਿਅਨ ਕੀ ਕੁਲ ਬਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕਉ ਸੁਖ ਦਏ ਜਹ ਤਹ ਭਏ ਸਹਾਏ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ ਜਿਨੈ ਵੇਦ ਪਠਿਓ ਸੋ ਵੇਦੀ ਕਹਾਏ ਤਿਨੈ ਧਰਮ ਕੇ ਕਰਮ ਨੀਕੇ ਚਲਾਏ ਪਠੇ ਕਾਗਦੰ ਮਦਰੰਗ ਰਾਜਾ ਸੁਧਾਰੰ ਆਪੋ ਆਪ ਮੋਹ ਬੈਰ ਭਾਵੰ ਵਿਸਾਰੰ ਜਿਨੈ ਵੇਦ ਪਠਿਓ ਸੋ ਵੇਦੀ ਕਹਾਏ ਤਿਨੈ ਧਰਮ ਕੇ ਕਰਮ ਨੀਕੈ ਚਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਅਤੇ ਦੁਨੀਆ ਦੇ ਰੱਖਿਅਕ ਜੁਗੋ ਜੁਗ ਅਟਲ ਭਗਤ ਵਛਲ ਗਰੀਬ ਨਿਵਾਜ ਸਤਿਗੁਰੂ ਚਵਰ ਛਤਰ ਤਖਤਾਂ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਪ੍ਰਕਾਸ਼ ਹੋਇਆ ਹੈ। ਸਾਰੀ ਹੀ ਗੁਰੂ ਕੀ ਸਾਜੀ ਨਿਵਾਜੀ ਸੰਗਤ ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰਾਂ ਦੇ ਅਦੁੱਤੀ ਪਵਿੱਤਰ ਦਰਸ਼ਨ ਦਿਦਾਰੇ ਕਰ ਰਹੇ ਹਾਂ। ਪਵਿੱਤਰ ਨਿਤਨੇਮ ਦੀਆਂ ਗੁਰਬਾਣੀਆਂ ਦਾ ਜਾਪ ਹੋਇਆ ਹੈ। ਉਪਰੰਤ ਹੁਣ ਜੋ ਸਮਾਂ ਹੋਇਆ ਹੈ ਸੋ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਸਾਰੀ ਹੀ ਸੰਗਤ ਬੜੇ ਨਿਮਰ ਭਾਵ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕਰਕੇ ਤੇ ਸਤਿਗੁਰਾਂ ਦੇ ਹਰ ਜਸ ਅਤੇ ਕਥਾ ਦੇ ਅੰਦਰ ਮਨ ਬਿਰਤੀਆਂ ਨੂੰ ਟਿਕਾਈਏ।
ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਾਡੇ ਤੇ ਵੀ ਸਤਿਗੁਰੂ ਬਖਸ਼ਿਸ਼ ਕਰੋ ਤੇ ਸਾਨੂੰ ਵੀ ਬਲ ਉਦਮ ਬਖਸ਼ਿਸ਼ ਕਰਕੇ ਤੇ ਇਸ ਪਵਿੱਤਰ ਜੋ ਸਤ ਸੰਗਤ ਹੈ, ਪਵਿੱਤਰ ਸਤ ਸੰਗਤ ਦੇ ਅੰਦਰ ਸਾਨੂੰ ਵੀ ਥਾਂ ਬਖਸ਼ਿਸ਼ ਕਰੋ। ਐਸੀ ਸਤਿਗੁਰੂ ਕਿਰਪਾ ਕਰਦੇ ਹਨ ਤੇ ਫਿਰ ਵਡਭਾਗੀ ਸਤ ਸੰਗਤ ਪਾਵੈ, ਭਾਗਹੀਣ ਭਰਮ ਝੋਟਾਂ ਖਾਵੈ। ਫਿਰ ਵੱਡਿਆਂ ਭਾਗਾਂ ਵਾਲੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਇਸ ਸਤ ਸੰਗਤ ਦੀਆਂ ਪਵਿੱਤਰ ਮੁਬਾਰਕ ਘੜੀਆਂ ਪ੍ਰਾਪਤ ਹੁੰਦੀਆਂ ਹਨ। ਸੋ ਸਾਧ ਸੰਗਤ, ਸਤਿਗੁਰਾਂ ਦੀ ਦਇਆ ਸਦਕਾ ਜੋ ਪਿਛਲੇ ਦਿਨਾਂ ਅੰਦਰ ਆਪਾਂ ਸੋਦਰ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਕਥਾ ਵਿਚਾਰ ਸਰਵਣ ਕੀਤੀ, ਸੰਪੂਰਨ ਕੀਤੀ ਹੈ। ਉਸ ਤੋਂ ਉਪਰੰਤ ਜੋ ਕੱਲ੍ਹ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਕੱਲ੍ਹ ਨੂੰ ਆ ਰਿਹਾ ਹੈ, ਉਸ ਦੇ ਸੰਬੰਧ ਅੰਦਰ ਜੋ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਆਪਣੀ ਸਵੈ ਕਥਾ, ਆਪਣੀ ਪਵਿੱਤਰ ਗੁਰਬਾਣੀ ਬਚਿੱਤਰ ਨਾਟਕ ਦੇ ਅੰਦਰ, ਤੇ ਇਸ ਦੀ ਕਥਾ ਵਿਚਾਰ ਪਿਛਲੇ ਦਿਨਾਂ ਤੋਂ ਆਰੰਭ ਹੋਈ ਹੈ, ਜਿਸ ਦੇ ਅੰਦਰ ਆਪਾਂ ਪਹਿਲੇ 3 ਅਧਿਆਏ ਸਰਵਣ ਕਰ ਚੁੱਕੇ ਹਾਂ, ਜਿਨ੍ਹਾਂ ਅੰਦਰ ਸਤਿਗੁਰਾਂ ਨੇ ਪਹਿਲੇ ਅਧਿਆਏ ਦੇ ਅੰਦਰ ਜੋ ਉਸ ਪਰਮੇਸ਼ਰ ਦੇ ਮਹਾਕਾਲ ਸਰੂਪ ਦਾ ਵਿਖਿਆਨ ਕੀਤਾ, ਪਰਮੇਸ਼ਰ ਦੀ ਉਸਤਤ ਦੇ ਅੰਦਰ ਜੋ ਛੰਦ ਉਚਾਰੇ, ਉਪਰੰਤ ਜੋ ਦੂਸਰਾ ਅਤੇ ਤੀਸਰਾ ਅਧਿਆਇ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕੀਤਾ ਸੀ, ਜਿਸ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜੋ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ ਪਰਮੇਸ਼ਰ ਨੇ ਓੰਕਾਰ ਸ਼ਬਦ ਦੇ ਨਾਲ ਪੈਦਾ ਕੀਤਾ। ਓੰਕਾਰ ਬ੍ਰਹਮਾ ਉਤਪੱਤ, ਓੰਕਾਰ ਧੁਨੀ ਤੋਂ ਇਹ ਸ੍ਰਿਸ਼ਟੀ ਪੈਦਾ ਹੋਈ। ਉਪਰੰਤ ਫਿਰ ਜਿਤਨੇ ਵੀ ਇਸ ਸ੍ਰਿਸ਼ਟੀ ਤੇ ਰਾਜੇ ਹੋਏ ਉਹਨਾਂ ਦਾ ਸਤਿਗੁਰਾਂ ਨੇ ਵਿਖਿਆਨ ਕਰਕੇ ਦੱਸਿਆ ਕਿ ਵਿਸ਼ਨੂੰ, ਬ੍ਰਹਮਾ, ਸ਼ਿਵ ਜੀ ਆਦਿਕ ਇਹ ਰਾਜੇ ਹੋਏ। ਇਹਨਾਂ ਤੋਂ ਉਪਰੰਤ ਜਿਹੜਾ 10 ਪ੍ਰਜਾਪਤ ਰਾਜਾ ਸੀ ਉਸ ਦੇ ਗ੍ਰਹਿ ਵਿਖੇ ਜੋ 10,000 ਕੰਨਿਆਂ ਨੇ ਜਨਮ ਲਿਆ, ਜਿਨ੍ਹਾਂ ਦੇ ਵਿੱਚੋਂ ਜਿਹੜੀਆਂ 4 ਸਨ ਉਹ ਕਸ਼ਪ ਰਿਖੀ ਨੇ ਵਿਆਹ ਲਈਆਂ। ਇਹਨਾਂ 4 ਦੇ ਵਿੱਚੋਂ ਇੱਕ ਜਿਹੜੀ ਅਦਿਤੀ ਨਾਂ ਦੀ ਸੀ ਇਸਤਰੀ, ਉਸ ਦੇ ਕੁੱਖੋਂ ਫਿਰ ਜਿਹੜਾ ਸੂਰਜ ਨੇ ਜਨਮ ਲੈਣਾ ਕੀਤਾ, ਸੂਰਜ ਨੇ ਰੂਪ ਧਾਰਿਆ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਅਤੇ ਉਸ ਸੂਰਜ ਅੱਗੋਂ ਫਿਰ ਜਿਹੜੀ ਸੂਰਜ ਵੰਸ਼ ਚੱਲ ਪਈ, ਸੂਰਿਆ ਵੰਸ਼ ਜਗਤ ਦੇ ਅੰਦਰ ਪ੍ਰਸਿੱਧ ਹੋਈ। ਇਸ ਸੂਰਜ ਵੰਸ਼ ਦੇ ਅੰਦਰ ਜੋ ਰਘੂ ਨਾਮ ਦਾ ਰਾਜਾ ਹੈ ਉਹ ਬੜਾ ਪ੍ਰਤਾਪੀ ਰਾਜਾ ਹੋਇਆ। ਇਸ ਦੇ ਨਾਂ ਤੋਂ ਫਿਰ ਜਿਹੜੀ ਰਾਗਮਦੀ ਵੰਸ਼ ਸੀ ਇਹ ਆਰੰਭ ਹੋ ਗਈ। ਇਹ ਹੁਣ ਰਘੂ ਵੰਸ਼ ਦੇ ਅੰਦਰ ਜੋ ਅਜ ਰਾਜੇ ਨੇ ਜਨਮ ਲਿਆ, ਅਜ ਰਾਜੇ ਦਾ ਅੱਗੇ ਪੁੱਤਰ ਜੋ ਦਸ਼ਰਥ ਹੋਇਆ ਉਹ ਬੜਾ ਪ੍ਰਤਾਪਸ਼ਾਲੀ ਰਾਜਾ ਹੋਇਆ। ਦਸ਼ਰਥ ਦੇ ਅੱਗੋਂ ਜੋ ਸ੍ਰੀ ਰਾਮਚੰਦਰ ਜੋ ਅਵਤਾਰ ਹੋਏ, ਉਹਨਾਂ ਦੇ ਅੱਗੇ ਜੋ ਸਪੁੱਤਰ ਹੋਏ ਸੀਤਾ ਦੇ ਪੇਟੋਂ ਉਹ ਲਵੂ ਅਤੇ ਕੁਸ਼ੂ, ਇਹ 2 ਨਾਂ ਸਤਿਗੁਰਾਂ ਨੇ ਇੱਥੇ ਵਿਖਿਆਨ ਕੀਤੇ ਕਿ ਕਿਸ ਪ੍ਰਕਾਰ ਦੇ ਨਾਲ ਫਿਰ ਇਹਨਾਂ ਨੇ ਪੰਜਾਬ ਦੇਸ਼, ਮਦਰ ਦੇਸ਼ ਪੰਜਾਬ ਦੇ ਅੰਦਰ ਆਣ ਕਰਕੇ ਤੇ 2 ਸ਼ਹਿਰ ਵਸਾਉਣਾ ਕੀਤੇ। ਜਿਹੜਾ ਲਵੂ ਸੀ ਉਸ ਨੇ ਲਾਹੌਰ ਵਸਾਇਆ ਅਤੇ ਕੁਸ਼ੂ ਨੇ ਕਸੂਰ ਵਸਾਉਣਾ ਕੀਤਾ ਆਪਣੇ ਆਪਣੇ ਨਾਂ ਦੇ ਉੱਪਰ। ਇਸ ਪ੍ਰਕਾਰ ਨਾਲ ਇਹਨਾਂ ਨੇ ਬਹੁਤ ਵਿਸਥਾਰ ਕੀਤਾ ਆਪਣੇ ਰਾਜ ਦਾ ਤੇ ਇਹ 2 ਨਗਰ ਬੜੇ ਹੀ ਸੁੰਦਰ ਇਹਨਾਂ ਨੇ ਵਸਾਏ। ਉਪਰੰਤ ਫਿਰ ਸਤਿਗੁਰਾਂ ਨੇ ਤੀਸਰੇ ਅਧਿਆਏ ਦੇ ਅੰਦਰ ਬਖਸ਼ਿਸ਼ ਕੀਤੀ ਕਿ ਇਹਨਾਂ ਦੇ ਅੰਦਰ ਜੋ ਲਵੂ ਦੀ ਸੰਤਾਨ ਤੇ ਕੁਸ਼ੂ ਦੀ ਸੰਤਾਨ, ਇਹਨਾਂ ਦੇ ਅੰਦਰ ਜੋ ਵੈਰ ਵਿਰੋਧ ਇਸ ਪ੍ਰਕਾਰ ਵਧਿਆ ਕਿ ਜਿਹੜੀ ਕੁਸ਼ੂ ਦੀ ਸੰਤਾਨ ਸੀ ਉਹ ਬੜੀ ਪ੍ਰਤਾਪਸ਼ਾਲੀ ਬਲਸ਼ਾਲੀ ਹੋਣ ਕਰਕੇ ਤੇ ਜਿਹੜੀ ਲਵੂ ਦੀ ਸੰਤਾਨ ਸੀ ਉਸ ਨੂੰ ਉਹਨਾਂ ਨੇ ਲਾਹੌਰ ਚੋਂ ਕੱਢ ਦਿੱਤਾ। ਕੁਸ਼ੂ ਦੀ ਸੰਤਾਨ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਲਵੂ ਦੀ ਅੱਗੇ ਜੋ ਸਪੁੱਤਰ ਸੰਤਾਨ ਸੀ ਉਹ ਉੱਥੋਂ ਭੱਜ ਕਰਕੇ ਤੇ ਸਨੌੜ ਦੇਸ਼ ਚਲੇ ਗਏ। ਲਵੂ ਦਾ ਪੁੱਤਰ ਸਨੌੜ ਦੇਸ਼ ਜਾ ਕਰਕੇ ਉੱਥੇ ਉਸ ਦੇ ਪੁੱਤਰ ਦਾ ਜਨਮ ਹੋਇਆ, ਉਸ ਦਾ ਨਾਮ ਸੋਢੀ ਰਾਏ ਰੱਖਿਆ ਗਿਆ। ਸੋਢੀ ਰਾਏ ਤੋਂ ਫਿਰ ਇਹ ਸੋਢ ਵੰਸ਼ ਚੱਲ ਪਈ। ਜੋ ਇਹ ਲਵੂ ਦੀ ਔਲਾਦ ਸੀ ਇਹ ਹੁਣ ਸੋਢੀਆਂ ਦੇ ਨਾਮ ਦੇ ਨਾਲ ਪ੍ਰਸਿੱਧ ਹੋ ਗਈ ਤੇ ਇਹ ਜਿਸ ਸਮੇਂ ਇਹਨਾਂ ਨੇ ਫਿਰ ਬਲ ਪ੍ਰਾਪਤ ਕੀਤਾ, ਇਹਨਾਂ ਦੀ ਵੀ ਬੜੀ ਪ੍ਰਭਤਾ ਹੋ ਗਈ ਤੇ
ਇਹਨਾਂ ਨੇ ਫਿਰ ਆਪਣਾ ਜਿਹੜਾ ਲਾਹੌਰ ਜਿੱਥੋਂ ਕੱਢਿਆ ਗਿਆ ਸੀ ਇਹਨਾਂ ਨੂੰ, ਤੇ ਇਹਨਾਂ ਨੇ ਵਾਪਸ ਲੈਣਾ ਚਾਹਿਆ, ਜਿਸ ਕਰਕੇ ਫਿਰ ਇਹ ਲਹੂ ਦੀ ਔਲਾਦ ਤੇ ਕੁਸ਼ੂ ਦੇ ਗਾਂ ਸੰਤਾਨ ਦੇ ਅੰਦਰ ਜੋ ਭਾਰੀ ਜੰਗ ਯੁੱਧ ਹੋਇਆ, ਉਹ ਸਤਿਗੁਰਾਂ ਨੇ ਤੀਸਰੇ ਅਧਿਆਏ ਦੇ ਅੰਦਰ ਬੜੀ ਬਖਸ਼ਿਸ਼ ਕਰਕੇ ਤੇ ਬੜੇ ਰੋਹਮੀ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਸ ਜੰਗ ਦਾ ਵਰਣਨ ਕੀਤਾ। ਆਪਾਂ ਕੱਲ ਦੇ ਦੀਵਾਨ ਅੰਦਰ ਸਰਵਣ ਕੀਤਾ ਸੀ। ਇਸ ਪ੍ਰਕਾਰ ਸਤਿਗੁਰਾਂ ਨੇ ਫਰਮਾਇਆ ਕਿ ਲਵੀ ਸਭ ਜੀਤੇ ਕੁਸੀ ਸਭ ਹਾਰੇ, ਕਿ ਜਿਹੜੀ ਲਵੀ ਦੇ ਅੱਗੇ ਜੋ ਔਲਾਦ ਸੀ ਉਹ ਜੋ ਹੁਣ ਸੋਢੀ ਕਹਾ ਰਹੇ ਸਨ, ਇਹ ਸੋਢੀਆਂ ਦੀ ਜਿੱਤ ਹੋਈ, ਤੇ ਜਿਹੜੇ ਕੁਸੀ ਦੀ ਔਲਾਦ ਸੀ ਉਸ ਦੀ ਹਾਰ ਹੋਈ, ਤੇ ਉਹ ਹਾਰ ਕਰਕੇ ਤੇ ਕਾਂਸੀ ਜਾ ਕੇ ਅਤੇ ਉੱਥੇ ਬੇਦਾਂ ਦਾ ਪਾਠ ਤੇ ਕਥਾ ਕਰਨ ਲੱਗ ਪਏ। ਇੱਥੋਂ ਤੱਕ ਆਪਾਂ ਕੱਲ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਹੈ। ਸਾਧ ਸੰਗਤ, ਅੱਗੋਂ ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਇਹ ਜਿਹੜੀ ਕੁਸੂ ਦੀ ਔਲਾਦ ਕਾਂਸੀ ਜਾ ਕੇ ਵਸ ਗਈ ਸੀ, ਇਹ ਫਿਰ ਇਹ ਬੇਦੀ ਕਦੋਂ ਕਹਾਉਣ ਲੱਗੇ, ਇਹ ਬੇਦੀ ਕਹਾਏ, ਅਤੇ ਇਹਨਾਂ ਦੀ ਕੁੱਲ ਵਿੱਚ ਫਿਰ ਧੰਨ ਗੁਰੂ ਨਾਨਕ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ। ਇਹ ਸਾਰੀ ਕਥਾ ਇਹ ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਬੜੇ ਹੀ ਪ੍ਰੇਮ ਸਹਿਤ ਆਪਾਂ ਸਰਵਣ ਕਰੀਏ, ਸਤਿਗੁਰਾਂ ਅੱਗੇ ਦੋਏ ਕਰ ਜੋੜ ਸੀਸ ਨਿਵਾਈਏ। ਸਾਰੀ ਹੀ ਸੰਗਤ ਨਿਮਰਤਾ ਸਹਿਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨੈ ਵੇਦ ਪਠਿਓ ਸੂ ਬੇਦੀ ਕਹਾਏ। ਸਤਿਗੁਰੂ ਫਰਮਾ ਰਹੇ ਹਨ ਕਿ ਹੁਣ ਜਿਹੜੀ ਇਹ ਕੁਸੂ ਦੀ ਔਲਾਦ ਇਹ ਜਿਸ ਸਮੇਂ ਹਾਰ ਕਰਕੇ ਤੇ ਕਾਂਸੀ ਚਲੇ ਗਏ, ਉੱਥੇ ਵੇਦ ਪੜ੍ਹਨ ਲੱਗ ਪਏ। ਫਿਰ ਇੱਥੇ ਇਸ ਵੇਦ ਪੜ੍ਹਨ ਦੇ ਨਾਲ, ਵੇਦਾਂ ਦਾ ਪਾਠ ਕਰਨ ਦੇ ਕਰਕੇ, ਜਿਨ੍ਹਾਂ ਵੇਦ ਪਠਿਓ, ਜਿਨ੍ਹਾਂ ਨੇ ਇਹ ਵੇਦਾਂ ਦਾ ਪਾਠ ਕੀਤਾ, ਸੋ ਬੇਦੀ ਕਹਾਏ। ਫਿਰ ਇਹ ਕਾਂਸੀ ਆ ਕੇ ਤੇ ਇੱਥੇ ਬੇਦੀ ਕਹਾਉਣ ਲੱਗ ਪਏ। ਇੱਥੋਂ ਫਿਰ ਬੇਦੀਆਂ ਦੀ ਕੁੱਲ ਜਿਹੜੀ ਪ੍ਰਚਲਿਤ ਹੋ ਗਈ। ਤਿਨੈ ਧਰਮ ਕੇ ਕਰਮ ਨੀਕੇ ਚਲਾਏ। ਇਹਨਾਂ ਨੇ ਧਰਮ ਦੇ ਕਰਮ ਆਪ ਵੀ ਕਰਨਾ ਕੀਤੇ ਤੇ ਚਲਾਏ, ਲੋਕਾਂ ਨੂੰ ਵੀ ਪ੍ਰੇਰਿਤ ਕਰਕੇ, ਤੇ ਇਹ ਧਰਮ ਦੇ ਕਰਮ ਜਿਹੜੇ ਸੀ ਉਹ ਕਾਂਸੀ ਦੇ ਅੰਦਰ ਇਹ ਕਰਾਉਣ ਲੱਗ ਪਏ, ਵੇਦਾਂ ਦੀ ਕਥਾ ਕਰਨ ਲੱਗ ਪਏ, ਇਹ ਵੇਦਾਂ ਦਾ ਪਾਠ ਕਰਨ ਲੱਗ ਪਏ। ਇਸ ਕਰਕੇ ਇਹ ਬੇਦੀ ਕਹਾਉਣ ਲੱਗ ਪਏ। ਪਠੇ ਕਾਗਦੰ ਮਦਰ ਰਾਜਾ ਸੁਧਾਰੰ। ਸਾਧ ਸੰਗਤ, ਹੁਣ ਜਿਹੜਾ ਮਦਰ ਰਾਜਾ ਸੀ, ਜਿਹੜਾ ਪੰਜਾਬ ਦੇਸ਼ ਦਾ ਰਾਜਾ, ਹੁਣ ਜੋ ਲਘੂ ਦੀ ਸੰਤਾਨ ਸੀ, ਜੋ ਹੁਣ ਸੋਢੀ ਕਹਾਉਣ ਲੱਗ ਪਏ ਸਨ, ਇਹ ਸੋਢੀਆਂ ਦਾ ਰਾਜ ਉਸ ਸਮੇਂ ਪੰਜਾਬ ਦੇ ਅੰਦਰ ਸੀ। ਤੇ ਹੁਣ ਪਠੇ ਕਾਗਦੰ, ਜਿਹੜਾ ਮਦਰ ਦੇਸ਼ ਦਾ ਰਾਜਾ ਸੋਢੀ ਰਾਜਾ ਸੀ, ਉਸ ਨੇ ਕਾਗਜ਼ ਲਿਖ ਕਰਕੇ ਤੇ ਇਹਨਾਂ ਵੱਲ ਭੇਜਣਾ ਕੀਤਾ। ਉਸ ਨੇ ਹੁਣ ਇਹ ਵਿਚਾਰ ਕੀਤੀ ਕਿ ਹੈ ਤਾਂ ਇਹ ਵੀ ਸਾਡੇ ਭਰਾ ਹੀ, ਤੇ ਇਹ ਭਰਾਵਾਂ ਦੇ ਨਾਲ ਹੁਣ ਉਸ ਨੇ ਇਹ ਸੁਲ੍ਹਾ ਸਫਾਈ ਕਰਨ ਵਾਸਤੇ ਇਹ ਜੋ ਕਾਗਜ਼ ਚਿੱਠੀ ਪੱਤਰ ਲਿਖ ਕਰਕੇ ਤੇ ਹੁਣ ਬੇਦੀਆਂ ਨੂੰ ਘੱਲਿਆ। ਆਪੋ ਆਪ ਮੋ ਬੈਰ ਭਾਵੰ ਵਿਸਾਰੰ। ਬੈਰ ਭਾਵੰ ਵਿਸਾਰੰ, ਇਸ ਨੇ ਇਹ ਵਿਚਾਰ ਕੀਤੀ ਮਨ ਦੇ ਅੰਦਰ ਕਿ ਹੁਣ ਇਹ ਸਮਾਂ ਨਹੀਂ ਜੰਗ ਯੁੱਧ ਦਾ, ਹੁਣ ਇਹ ਬੈਰ ਜਿਹੜਾ ਵਿਰੋਧ ਸਾਡੇ ਅੰਦਰ ਭਰਾਵਾਂ 'ਚ ਹੈ, ਇਹ ਸਾਨੂੰ ਵਿਸਾਰ ਦੇਣਾ ਚਾਹੀਦਾ ਹੈ ਤੇ ਸਾਨੂੰ ਮਿਲ ਕਰਕੇ ਰਾਜ ਚਲਾਉਣਾ ਚਾਹੀਦਾ ਹੈ। ਇਸ ਪ੍ਰਕਾਰ ਉਸ ਨੇ ਚਿੱਠੀ ਪੱਤਰ ਲਿਖ ਕੇ ਇਹ ਤੇ ਬੇਦੀਆਂ ਨੂੰ ਘੱਲਿਆ। ਨ੍ਰਿਪੰਗ ਮੁਕਲੀਅੰਗ ਦੂਤ ਸੋਕਾਸ ਆਯੰ। ਨ੍ਰਿਪੰਗ ਰਾਜੇ ਦਾ ਜੋ ਮੁਕਲੀਅੰਗ ਦੂਤ ਜਿਹੜਾ ਰਾਜੇ ਦਾ ਘੱਲਿਆ ਹੋਇਆ, ਸੋਕਾਸ ਆਯੰ, ਉਹ ਕਾਂਸੀ ਦੇ ਅੰਦਰ ਆਇਆ। ਸਭੈ ਬੇਦੀਆਂ ਭੇਦ ਭਾਕੇ ਸੁਨਾਇੰ। ਸਾਰੇ ਬੇਦੀਆਂ ਨੂੰ, ਜਿਹੜੇ ਕੁਸੂ ਦੀ ਔਲਾਦ ਸੀ, ਜੋ ਹੁਣ ਬੇਦੀ ਕਹਾ ਰਹੇ ਸਨ, ਇਹ ਉਹਨਾਂ ਨੂੰ ਫਿਰ ਇਸ ਦੂਤ ਨੇ ਜੋ ਰਾਜੇ ਦੀ ਚਿੱਠੀ ਹੈ ਉਹਦਾ ਸਾਰਾ ਭੇਦ ਦੱਸਣਾ ਕੀਤਾ ਕਿ ਜੋ ਹੁਣ ਸੋਢੀ ਰਾਜਾ ਹੈ ਨਾ, ਜਿਹੜਾ ਲਘੂ ਦੀ ਸੰਤਾਨ ਸੀ, ਉਹ ਸੋਢੀ ਕਹਾ ਰਹੇ ਸੀ, ਹੁਣ ਇਹ ਉਹ ਰਾਜੇ ਨੇ ਹੁਣ ਤੁਹਾਡੇ ਨਾਲ ਇਹ ਸੁਲ੍ਹਾ ਸਫਾਈ ਕਰਨ ਵਾਸਤੇ, ਵੈਰ ਭਾਵ ਨੂੰ ਮਿਟਾਉਣ ਵਾਸਤੇ ਤੁਹਾਨੂੰ ਬੁਲਾਇਆ ਹੈ। ਇਹ ਚਿੱਠੀ ਪੱਤਰਕਾ ਘੱਲੀ ਹੈ। ਸਭੈ ਵੇਦ ਪਾਠੀ ਚਲੇ ਮਦਰ ਦੇਸੰ। ਹੁਣ ਉਸ ਰਾਜੇ ਦੀ ਗੱਲਬਾਤ ਚਿੱਠੀ ਪੱਤਰ ਰਾਹੀਂ ਜਾਣ ਕੇ ਪੜ੍ਹ ਕੇ ਤੇ ਹੁਣ ਸਭੈ ਵੇਦ ਪਾਠੀ, ਜਿਹੜੇ ਵੇਦ ਦਾ ਪਾਠ ਕਰਨ ਵਾਲੇ ਜੋ ਬੇਦੀ ਸਨ, ਬੇਦੀ ਕਹਾ ਰਹੇ ਸਨ, ਇਹ ਹੁਣ ਚੱਲੇ ਮਦਰ ਦੇਸੰ, ਮਦਰ ਦੇਸ਼ ਪੰਜਾਬ ਵੱਲ ਨੂੰ ਚੱਲ ਪਏ। ਪ੍ਰਣਾਮੰ ਕੀਓ ਆਨ ਕਹਿ ਕਹਿ ਨਰੇਸੰ। ਪ੍ਰਣਾਮੰ ਕੀਓ, ਇਹਨਾਂ ਨੂੰ ਆਇਆ ਵੇਖ ਕੇ ਤੇ ਜਿਹੜਾ ਸੋਢੀ ਰਾਜਾ ਸੀ, ਜਿਹੜਾ ਹੁਣ ਪੰਜਾਬ ਤੇ ਰਾਜ ਕਰ ਰਿਹਾ ਸੀ, ਉਸ ਨੇ ਇਹਨਾਂ ਨੂੰ ਪ੍ਰਣਾਮ ਕੀਤੀ ਆਪਣੇ ਭਰਾ ਜਾਣ ਕੇ, ਅਤੇ ਅਥਵਾ ਇਸੇ ਪ੍ਰਕਾਰ ਇਹਨਾਂ ਨੇ ਵੀ ਰਾਜੇ ਨੂੰ ਇੱਕ ਦੂਜੇ ਨੂੰ ਦੋਵਾਂ ਨੇ ਹੀ ਪ੍ਰਣਾਮ ਕੀਤੀ।
ਧੁਨ ਵੇਦ ਕੀ ਭੂਪ ਤਾਤੇ ਕਰਾਈ। ਧੁਨੰ ਵੇਦ ਕੀ, ਜਿਹੜੀ ਵੇਦ ਦੀ ਧੁਨ, ਵੇਦ ਦਾ ਪਾਠ ਅਤੇ ਵੇਦਾਂ ਦੀ ਕਥਾ ਜਿਹੜੀ, ਹੁਣ ਇਹ ਰਾਜੇ ਨੇ ਕਿਹਾ ਕਿ ਤੁਸੀਂ ਹੁਣ ਕਾਸ਼ੀ ਤੋਂ ਵੇਦ ਪੜ੍ਹੇ ਹਨ, ਉੱਥੇ ਪੜ੍ਹਾਉਂਦੇ ਹੋ, ਤੇ ਇੱਥੇ ਆਣ ਕਰਕੇ ਸਾਡੇ ਰਾਜ ਵਿੱਚ ਤੇ ਹੁਣ ਸਾਨੂੰ ਵੀ ਵੇਦਾਂ ਦਾ ਪਾਠ ਅਤੇ ਕਥਾ ਸੁਣਾਓ। ਸਭੈ ਪਾਸ ਬੈਠੇ ਸਭਾ ਵਿੱਚ ਭਾਈ। ਸਭਾ ਵਿੱਚ, ਸਭਾ ਦੇ ਅੰਦਰ ਬੈਠ ਕੇ, ਵਿੱਚ ਭਾਈ ਸਾਰੇ ਭਰਾ ਇਕੱਠੇ ਹੋ ਕਰਕੇ ਤੇ ਹੁਣ ਪਾਸ ਹੋ ਕਰਕੇ ਸਾਰੇ ਇਕੱਠੇ ਹੋ ਕਰਕੇ ਤੇ ਵੇਦਾਂ ਦੀ ਕਥਾ ਸੁਣਨ ਬੈਠ ਗਏ। ਕਿਉਂਕਿ ਸਾਧ ਸੰਗਤ ਇਹ ਭਾਈ ਹਨ ਸਾਰੇ। ਜੋ ਲਹੂ ਦੀ ਔਲਾਦ ਸੀ ਉਸ ਨੂੰ ਕਸੂਰ ਤੋਂ, ਲਾਹੌਰ ਤੋਂ ਕੱਢ ਦਿੱਤਾ ਗਿਆ ਸੀ ਕੁਸੂ ਦੀ ਔਲਾਦ ਦੁਆਰਾ, ਤੇ ਇਹ ਜਾ ਕਰਕੇ ਸਨੌੜ ਦੇਸ਼ ਵਸੇ। ਉੱਥੋਂ ਇਹਨਾਂ ਦੀ ਸੋਢੀ ਬੰਸ ਪ੍ਰਚਲਿਤ ਹੋਈ। ਤਾਂ ਜਿਹੜੇ ਲਹੂ ਦੀ ਔਲਾਦ ਸੀ, ਹੁਣ ਲਹੂ ਜਿਹੜੇ ਸਨ ਉਹ ਸੋਢੀ ਕਹਾਉਣ ਲੱਗ ਪਏ ਸਨ, ਅਤੇ ਜਿਹੜੀ ਕੁਸੂ ਦੀ ਔਲਾਦ ਉਹ ਹਾਰ ਕੇ ਕਾਂਸੀ ਜਾ ਕੇ ਵਸ ਗਏ ਸਨ, ਉਹ ਬੇਦੀ ਕਹਾਉਣ ਲੱਗ ਪਏ ਸਨ। ਤੇ ਕੁਸੂ ਦੀ ਔਲਾਦ ਹੁਣ ਬੇਦੀ ਕਹਾ ਰਹੀ ਸੀ ਤੇ ਲਹੂ ਦੀ ਔਲਾਦ ਹੁਣ ਜੋ ਸੋਢੀ ਕਹਾ ਰਹੇ ਸਨ। ਤੇ ਇਸ ਪ੍ਰਕਾਰ ਹੁਣ ਇਹਨਾਂ ਨੇ ਵੈਰ ਭਾਵ ਮਿਟਾਉਣ ਵਾਸਤੇ ਇਹ ਸੋਢੀ ਰਾਜੇ ਨੇ ਫਿਰ ਆਪਣੇ ਬੇਦੀਆਂ ਭਰਾਵਾਂ ਨੂੰ ਵਾਪਸ ਬੁਲਾ ਕਰਕੇ ਤੇ ਕਥਾ, ਉੱਥੇ ਵੇਦਾਂ ਦੀ ਕਥਾ ਆਰੰਭ ਕਰਵਾਈ। ਅਤੇ ਸਾਰੇ ਹੁਣ ਸਭਾ ਵਿੱਚ ਭਾਈ ਸਾਰੇ ਇਕੱਠੇ ਹੋ ਕਰਕੇ ਬੈਠੇ ਕਥਾ ਸੁਣਨ ਲੱਗੇ। ਪੜੇ ਸਾਮ ਵੇਦੰ ਜੁਜਰ ਵੇਦ ਕਥੰ। ਸਭ ਤੋਂ ਪਹਿਲਾਂ ਇਹਨਾਂ ਨੇ ਸਾਮ ਵੇਦ ਜਿਹੜਾ ਪੜ੍ਹਨਾ ਕੀਤਾ ਉਸ ਦੀ ਕਥਾ ਹੋਈ। ਉਪਰੰਤ ਜਿਹੜਾ ਜਜੁਰ ਵੇਦ ਸੀ ਉਸ ਦੀ ਕਥਾ ਇਹਨਾਂ ਨੇ ਸਰਵਣ ਕੀਤੀ। ਰਿੰਗ ਵੇਦ ਪਠਿਯੰ ਪਠਿਯੰ ਘਰੇ ਪਾਵ ਹੱਥੰ। ਰਿਗੰ ਵੇਦ ਪਠਿਯੰ, ਫਿਰ ਉਸ ਤੋਂ ਉਪਰੰਤ ਜਿਹੜਾ ਤੀਸਰਾ ਵੇਦ ਰਿਗ ਵੇਦ, ਉਸ ਦਾ ਪਠਿਯੰ ਕੀ ਪਾਠ ਹੋਇਆ। ਕਰੇ ਹਾਵ ਭਾਵੰ, ਅਤੇ ਹਾਵ ਭਾਵ ਹੱਥਾਂ ਦੇ ਇਸ਼ਾਰੇ ਕਰ ਕਰਕੇ ਇਹਨਾਂ ਨੇ ਕਹਿਣ ਤੋਂ ਭਾਵ ਪੂਰੀ ਐਨ ਪੂਰੇ ਵਿਸਥਾਰ ਦੇ ਨਾਲ ਜਿਹੜੀ ਸੀ ਉਹ ਵੇਦਾਂ ਦੀ ਕਥਾ ਇਹਨਾਂ ਨੂੰ ਸੁਣਾਉਣਾ ਕੀਤੀ ਸੋਢੀਆਂ ਨੂੰ। ਰਸਾਵਲ ਛੰਦ ਅਥਰਵੇਦ ਪਠਿਯੰ ਸੁਨੇ ਪਾਪ ਨਿਠਿਯੰ। ਇਹ ਤਿੰਨਾਂ ਵੇਦਾਂ ਦੀ ਕਥਾ ਹੋ ਗਈ। ਅਤੇ ਜਿਹੜਾ ਚੌਥਾ ਵੇਦ ਸੀ ਅਥਰਵਣ ਵੇਦ, ਜਿਸ ਸਮੇਂ ਉਹਦੀ ਕਥਾ ਆਰੰਭ ਹੋਈ, ਸੋਢੀ ਰਾਜੇ ਨੇ ਇਹ ਕਥਾ ਸੁਣੀ ਤੇ ਸੁਣ ਕਰਕੇ ਸੁਣੇ ਪਾਪ ਨੱਠਿਯੰ, ਤੇ ਪਾਪ ਸਾਰੇ ਇਹ ਉਹਦੀ ਕਥਾ ਸੁਣ ਕੇ ਤੇ ਨੱਠ ਗਏ। ਪਾਪ ਭਾਵ ਜਿਹੜਾ ਵੈਰ ਭਾਵ ਸੀ ਇਹਨਾਂ ਦੇ ਮਨ ਦੇ ਅੰਦਰ, ਜੋ ਆਰੰਭ ਤੋਂ ਲੈ ਕਰਕੇ ਹੀ ਜਿਸ ਸਮੇਂ ਇਹਨਾਂ ਨੂੰ ਲਾਹੌਰ ਚੋਂ ਕੱਢਿਆ ਗਿਆ ਸੀ ਉਦੋਂ ਤੋਂ ਜਿਹੜਾ ਵੈਰ ਭਾਵ ਚੱਲ ਰਿਹਾ ਸੀ, ਇਹ ਚੌਥੇ ਵੇਦ ਦੀ ਅਥਰਵਣ ਵੇਦ ਦੀ ਕਥਾ ਸੁਣ ਕੇ ਤੇ ਇਹਨਾਂ ਦੇ ਮਨ ਚੋਂ, ਜਿਹੜਾ ਰਾਜੇ ਦੇ ਮਨ ਚੋਂ ਜਿਹੜਾ ਵੈਰ ਭਾਵ ਸੀ ਉਹ ਸਾਰਾ ਨੱਠ ਗਿਆ, ਖਤਮ ਹੋ ਗਿਆ। ਰਹਾ ਰੀਜ ਰਾਜਾ ਦਿਆ ਸਰਬ ਸਾਜਾ। ਰਹਾ ਰੀਜ, ਬੜਾ ਪ੍ਰਸੰਨ ਹੋਇਆ ਰਾਜਾ ਜਿਹੜੇ ਚੌਥੇ ਵੇਦ ਦੀ ਕਥਾ ਸੁਣ ਕੇ। ਰਾਜਾ ਬਹੁਤ ਹੀ ਪ੍ਰਸੰਨ ਹੋਇਆ ਇਹਨਾਂ ਬੇਦੀਆਂ ਦੇ ਉੱਪਰ। ਦਿਆ ਸਰਬ ਸਾਜਾ, ਅਤੇ ਸਾਰਾ ਜਿਹੜਾ ਰਾਜ ਸਾਜ ਸੀ, ਰਾਜ ਭਾਗ ਸਾਰਾ ਇਸ ਨੇ ਮਨ ਬਣਾ ਲਿਆ ਕਿ ਹੁਣ ਮੈਂ ਬੇਦੀਆਂ ਨੂੰ ਦੇ ਦੇਣਾ ਹੈ। ਲਿਓ ਬਨ ਬਾਸੰ ਮਹਾ ਪਾਪ ਨਾਸੰ। ਤੇ ਇਹਨੇ ਹੁਣ ਮਨ ਦੇ ਅੰਦਰ ਇਹ ਠਾਣ ਲਿਆ ਕਿ ਬਨ ਬਾਸੰ, ਤੇ ਮੈਂ ਵਣ ਦਾ ਵਾਸੀ ਹੋ ਜਾਣਾ ਹੈ। ਸਾਰਾ ਘਰ-ਬਾਰ ਰਾਜ ਭਾਗ ਤਿਆਗ ਕਰਕੇ ਤੇ ਜੰਗਲਾਂ ਵਿੱਚ ਰਹਿਣਾ ਆਰੰਭ ਕਰਨਾ ਹੈ ਮੈਂ। ਮਹਾ ਪਾਪ ਨਾਸਿੰ, ਉੱਥੇ ਜਾ ਕਰਕੇ ਫਿਰ ਮੈਂ ਆਪਦੇ ਜਿਹੜੇ ਸਾਰੇ ਪਾਪ ਜਿਹੜੇ ਕੀਤੇ, ਜਿਹੜੇ ਜੰਗ ਯੁੱਧ ਦੇ ਅੰਦਰ ਜੋ ਅਸੀਂ ਪਾਪ ਕੀਤੇ, ਵੈਰ ਵਿਰੋਧ ਕੀਤਾ, ਉਹ ਮੈਂ ਸਾਰੇ ਇਸ ਪ੍ਰਕਾਰ ਤਪੱਸਿਆ ਕਰਕੇ ਤੇ ਨਾਸ ਕਰਨੇ ਹਨ। ਰਿਖੰਗ ਭੇਸ ਕੀਯੰਗ ਤਿਸੈ ਰਾਜ ਦੀਯੰਗ। ਤੇ ਉਹ ਇਸ ਪ੍ਰਕਾਰ ਇਹਨੇ ਰਿਸ਼ੀਆਂ ਦਾ ਭੇਸ ਬਣਾ ਲਿਆ, ਇਹ ਜੰਗਲਾਂ ਵੱਲ ਨੂੰ ਚੱਲ ਪਿਆ। ਅਤੇ ਤਿਸੈ ਰਾਜ ਦੀਯੰਗ, ਤੇ ਇਹ ਜਿਹੜਾ ਰਾਜ ਸੀ ਫਿਰ ਇਹਨਾਂ ਨੂੰ ਦੇਣਾ ਕਰਤਾ ਬੇਦੀਆਂ ਨੂੰ, ਕਿਉਂਕਿ ਇਹ ਜਿਹੜੇ ਬੇਦੀ ਸਨ ਇਹਨਾਂ ਨੂੰ ਇਹ ਸੋਢੀ ਰਾਜੇ ਨੇ ਹਰਾ ਕੇ ਇੱਥੋਂ ਕੱਢ ਦਿੱਤਾ ਸੀ। ਉਹ ਕਾਂਸੀ ਵਸੇ ਸਨ, ਪਰ ਅੱਜ ਇਸ ਨੇ ਉਹਨਾਂ ਨੂੰ ਬੁਲਾ ਕਰਕੇ ਵਾਪਸ ਵੈਰ ਭਾਵ ਮਿਟਾ ਕੇ ਉਹਨਾਂ ਤੋਂ ਜਦੋਂ ਕਥਾ ਸੁਣੀ, ਕਥਾ ਸੁਣ ਕੇ ਬੇਦਾਂ ਦੀ ਇਹ ਪ੍ਰਸੰਨ ਹੋਇਆ ਤੇ ਇਹ ਫਿਰ ਰਾਜ ਬੇਦੀਆਂ ਨੂੰ ਦੇ ਕਰਕੇ ਤੇ ਆਪ ਜੰਗਲਾਂ ਨੂੰ ਚਲਾ ਗਿਆ। ਰਹੇ ਹੋਰ ਲੋਗੰਗ ਤਜੇ ਸਰਬ ਸੋਗੰ। ਰਹੇ ਹੋਰ ਲੋਗੰਗ, ਜਿਹੜੇ ਲੋਕ ਸਨ ਉਸ ਰਾਜ ਦੇ, ਇਸ ਸੋਢੀ ਰਾਜੇ ਦੇ ਅੱਗੇ ਪ੍ਰਜਾ ਸੀ, ਪਰਿਵਾਰ, ਅਤੇ ਜੋ ਬੇਦੀਆਂ ਦੇ ਜਿਹੜੇ ਉਹ ਵੀ ਸਾਰੇ ਲੋਕ ਸਨ, ਇਹ ਸਾਰੇ ਰਾਜੇ ਨੂੰ ਰਹੇ ਹੋਰ, ਉਹਨੂੰ ਹੋੜਦੇ ਰਹੇ, ਰੋਕਦੇ ਰਹੇ ਵੀ ਤੂੰ ਇਸ ਪ੍ਰਕਾਰ ਨਾ ਜਾ, ਨਾ ਠੀਕ ਹੈ ਤੂੰ ਰਾਜ ਦੇ ਦਿੱਤਾ ਹੈ ਬੇਦੀਆਂ ਨੂੰ, ਪਰ ਜੰਗਾਂ ਵਿੱਚ ਨਾ ਜਾ, ਰਲ ਮਿਲ ਕੇ ਤੁਸੀਂ ਰਾਜ ਕਰ ਲਵੋ। ਪਰ ਤਜੇ ਸਰਬ ਸੋਖੰ, ਪਰ ਇਸ ਨੇ ਤਾਂ ਸਾਰੇ ਸੁੱਖ ਦੁੱਖ ਸਾਰੀ ਆਪਦੇ ਮਨ ਵਿੱਚ ਉਸ ਹਰੇਕ ਚੀਜ਼ ਹੀ ਵਿਸਾਰ ਦਿੱਤੀ। ਇਸ ਨੇ ਤਾਂ ਬਸ ਇਹ ਮਨੋਵਾਸ ਹੋਣ ਦਾ ਜੋ ਮਨ ਵਿੱਚ ਠਾਣ ਲਿਆ ਤੇ ਇਸ ਨੇ ਰਾਜ ਭਾਗ ਛੱਡ ਦਿੱਤਾ।
ਧਨ ਧਾਮ ਤਿਆਗੇ ਪ੍ਰਭੰਗ ਪ੍ਰੇਮ ਪਾਗੇ। ਧਨੰ ਧਾਮ ਤਿਆਗੇ, ਜਿਹੜਾ ਧਨੰ ਧਨ ਅਤੇ ਧਾਮ ਜਿਹੜਾ ਰਾਜ ਸਾਜ ਜੋ ਜ਼ਮੀਨ ਸੀ, ਧਨੰ ਧਾਮ ਤਿਆਗੇ, ਇਹ ਤਿਆਗ ਦਿੱਤੇ, ਇਸ ਨੇ ਛੱਡ ਦਿੱਤੇ। ਪ੍ਰਭੰ ਪ੍ਰੇਮ ਪਾਗੇ, ਤੇ ਪ੍ਰਭੂ ਪਰਮੇਸ਼ਰ ਦੇ ਪ੍ਰੇਮ ਵਿੱਚ ਹੀ ਰੰਗਣ ਦੀ ਇਹਨੇ ਠਾਣ ਲਈ, ਉਸ ਦੇ ਪਰਮੇਸ਼ਰ ਦੇ ਪ੍ਰੇਮ ਵਿੱਚ ਹੀ ਰੰਗਿਆ ਗਿਆ। ਐਸੀ ਇਸ ਨੇ ਕਥਾ ਸੁਣੀ ਸੀ ਤੇ ਉੱਥੋਂ ਇਤਨਾ ਪ੍ਰਭਾਵਿਤ ਹੋਇਆ ਇਹ। ਬੇਦੀ ਭਇਓ ਪ੍ਰਸੰਨ ਰਾਜ ਕਹਿ ਪਾਈ ਕੈ। ਹੁਣ ਸਾਧ ਸੰਗਤ ਜਿਹੜਾ ਇਹ ਰਾਜ ਹੈ ਨਾ, ਜਿਹੜਾ ਸੋਢੀ ਰਾਜ ਕਰ ਰਹੇ ਸਨ ਪੰਜਾਬ ਦੇਸ਼ ਦੇ ਉੱਪਰ, ਹੁਣ ਇਹਨਾਂ ਨੇ ਪ੍ਰਸੰਨ ਹੋ ਕੇ ਤੇ ਰਾਜ ਬੇਦੀਆਂ ਨੂੰ ਦੇ ਦਿੱਤਾ। ਤੇ ਹੁਣ ਸਤਿਗੁਰੂ ਫਰਮਾਉਂਦੇ ਬੇਦੀ ਭਇਓ ਪ੍ਰਸੰਨ, ਇਹ ਬੇਦੀਆਂ ਨੇ ਜਿਸ ਸਮੇਂ ਰਾਜ ਪ੍ਰਾਪਤ ਕੀਤਾ ਤੇ ਇਹ ਬੜੇ ਪ੍ਰਸੰਨ ਹੋਏ। ਰਾਜ ਕਹਿ ਪਾਏ, ਕਿ ਰਾਜ ਪ੍ਰਾਪਤ ਕਰਕੇ ਇਹ ਬੜੇ ਪ੍ਰਸੰਨ ਹੋਏ ਬੇਦੀ। ਦੇਤ ਭਇਓ ਬਰਦਾਨ ਹੀਏ ਹੁਲਸਾਈ ਕੈ। ਇਹ ਰਾਜ ਪਾ ਕਰਕੇ ਤੇ ਇਹ ਹੀਏ ਦੇ ਅੰਦਰ, ਹਿਰਦੇ ਅੰਦਰ ਬੜੇ ਹੁਲਸਾਏ, ਪ੍ਰਸੰਨ ਹੋਏ। ਤੇ ਪ੍ਰਸੰਨ ਹੋ ਕਰਕੇ ਤੇ ਇਹਨਾਂ ਨੇ ਫਿਰ ਵਰਦਾਨ ਦਿੱਤਾ, ਜਿਹੜਾ ਸੰਨਿਆਸ ਧਾਰਨ ਕਰ ਲਿਆ ਸੀ ਨਾ, ਹੁਣ ਸੋਢੀ ਰਾਜੇ ਨੇ ਆਪਦਾ ਰਾਜ ਬੇਦੀਆਂ ਨੂੰ ਦੇ ਦਿੱਤਾ ਸੀ। ਹੁਣ ਉਸ ਨੂੰ ਕਹਿੰਦੇ ਵੀ ਅਸੀਂ ਵਰਦਾਨ ਦੇਣਾ ਹੈ। ਇਹ ਵਰਦਾਨ ਸੋਢੀਆਂ ਨੂੰ ਦੇਣਾ ਕੀਤਾ ਇਹ ਬੇਦੀਆਂ ਨੇ। ਜਬ ਨਾਨਕ ਕਲ ਮੈਂ ਹਮ ਆਨ ਕਹਾਏ ਹੈ। ਇਹ ਹੁਣ ਬੇਦੀ ਜਿਹੜੇ ਰਾਜੇ ਸਨ, ਬੇਦੀਆਂ ਦਾ ਜਿਹੜਾ ਰਾਜਾ ਸੀ, ਹੁਣ ਜਿਸ ਨੇ ਰਾਜ ਪ੍ਰਾਪਤ ਕੀਤਾ, ਉਹ ਇਸ ਪ੍ਰਕਾਰ ਵਰ ਦੇਣ ਲੱਗਾ ਸੋਢੀਆਂ ਨੂੰ ਕਿ ਜਬ ਨਾਨਕ ਕਲ ਮੈਂ ਹਮ ਆਨ ਕਹਾਏਂਗੇ। ਕਲਯੁਗ ਦੇ ਅੰਦਰ ਜਿਸ ਸਮੇਂ ਸਾਡੀ ਬੇਦੀ ਕੁਲ ਦੇ ਅੰਦਰ ਅਸੀਂ ਗੁਰੂ ਨਾਨਕ ਨਾਮ ਕਹਾਏਂਗੇ, ਗੁਰੂ ਨਾਨਕ ਮਹਾਰਾਜ ਸਾਡੀ ਬੇਦੀ ਕੁਲ ਦੇ ਅੰਦਰ ਪ੍ਰਗਟ ਹੋਣਗੇ। ਹੋ ਜਗਤ ਪੂਜ ਕਰ ਤੋਹੇ ਧਰਮ ਪਦ ਪਾਏ ਹੈ। ਉਹ ਆਣ ਕਰਕੇ ਸਾਡੀ ਬੇਦੀ ਕੁਲ ਦੇ ਅੰਦਰ ਤੇ ਪੂਜ ਕਰ ਤੋਹੇ, ਤੁਹਾਨੂੰ ਵੀ ਜਗਤ ਦੇ ਅੰਦਰ ਫਿਰ ਸਨਮਾਨ, ਇਸ ਪ੍ਰਕਾਰ ਜੋ ਗੁਰਤਾ ਗੱਦੀ ਵਾਲੇ ਇਹ ਇਸ਼ਾਰਾ ਕਰ ਰਹੇ ਹਨ ਕਿ ਤੁਹਾਨੂੰ ਵੀ ਜਗਤ ਦੇ ਅੰਦਰ ਸੋਢੀ ਕੁਲ ਨੂੰ ਵੀ ਸਨਮਾਨ ਦੇਣਗੇ, ਪ੍ਰਚਲਿਤ ਕਰਨਗੇ। ਦੋਹਰਾ ਲਵੀ ਰਾਜ ਦੇ ਬਨ ਗਏ ਬੇਦੀਆਂ ਕੀਨੋ ਰਾਜ। ਸਤਿਗੁਰੂ ਫਰਮਾਉਂਦੇ ਇੱਥੇ ਹੁਣ ਜਿਹੜੇ ਲਵੀ ਦੇ ਸੁਪੁੱਤਰ ਸਨ ਨਾ, ਜਿਹੜੇ ਸੋਢੀ ਕਹਾਉਣ ਲੱਗ ਪਏ ਸਨ, ਉਹ ਰਾਜ ਦੇ ਕਰਕੇ ਤੇ ਬਣ ਗਏ, ਜੰਗਲ ਨੂੰ ਚਲੇ ਗਏ ਸਾਰੇ, ਤੇ ਬੇਦੀਆਂ ਕੀਨੋ ਰਾਜ। ਤੇ ਜਿਹੜੇ ਹੁਣ ਬੇਦੀ ਕਹਾਉਣ ਲੱਗ ਪਏ ਸਨ, ਕੁਸੂ ਦੀ ਔਲਾਦ ਸੀ ਜਿਹੜੀ, ਇਹ ਬੇਦੀ ਕਹਾਉਣ ਲੱਗ ਪਈ ਸੀ ਕਾਸੀ ਜਾ ਕਰਕੇ ਵੇਦ ਪੜ੍ਹਨ ਦੇ ਕਾਰਨ, ਤੇ ਇਹਨਾਂ ਨੂੰ ਫਿਰ ਇਹ ਰਾਜ ਭਾਗ ਮਿਲ ਗਿਆ। ਭਾਂਤ ਭਾਂਤ ਤਿਨ ਭੋਗੇ ਅੰਗ ਭੂਕਾ ਸਕਲ ਸਮਾਜ। ਭਾਂਤ ਭਾਂਤ ਬੜੀ ਭਿੰਨ ਭਿੰਨ ਪ੍ਰਕਾਰ ਦੇ ਨਾਲ ਇਹਨਾਂ ਨੇ ਫਿਰ ਰਾਜ ਭਾਗ ਭੋਗਿਆ, ਚਲਾਇਆ। ਭੂਕਾ ਸਕਲ ਸਮਾਜ, ਸਾਰੇ ਧਰਤੀ ਦੇ ਜਿਹੜੇ ਪਦਾਰਥ ਇਹਨਾਂ ਨੇ ਭੋਗਣਾ ਕੀਤੇ, ਬੜਾ ਸੁਖ ਪ੍ਰਾਪਤ ਕੀਤਾ। ਚੌਪਈ ਤ੍ਰਿਤੀਆ ਵੇਦ ਸੁਨਬੋ ਤੁਮ ਕੀਆ। ਇਹ ਹੁਣ ਜਿਹੜਾ ਬੇਦੀਆਂ ਦਾ ਰਾਜਾ ਨਾ, ਜਿਸ ਨੇ ਹੁਣ ਰਾਜ ਪ੍ਰਾਪਤ ਕਰ ਲਿਆ, ਇਹ ਕਹਿਣ ਲੱਗਾ ਜਿਸ ਸਮੇਂ ਨੇ ਵਰ ਦਿੱਤਾ ਸੋਢੀਆਂ ਨੂੰ ਕਿ ਤ੍ਰਿਤੀਆ ਵੇਦ ਸੁਨਬੋ ਤੁਮ ਕੀਆ, ਜਿਹੜਾ ਤੀਜਾ ਤਿੰਨ ਤੁਸੀਂ ਵੇਦ ਸੁਣ ਲਏ ਸਨ ਤੇ ਉਸ ਤੋਂ ਉਪਰੰਤ ਜਿਹੜਾ ਚੌਥਾ ਵੇਦ ਸੁਣਿਆ ਸੀ। ਚਤੁਰਵੇਦ ਸੁਨ ਭਉ ਕੋ ਦੀਆ। ਤਿੰਨ ਵੇਦ ਤੁਸੀਂ ਸੁਣ ਲਏ ਸਨ, ਪਰ ਜਿਸ ਸਮੇਂ ਇਹ ਰਾਜਨ ਸੋਢੀਆਂ ਦਾ ਰਾਜਾ ਜਿਹੜਾ ਉਸ ਨੂੰ ਕਹਿ ਰਹੇ ਹਨ ਕਿ ਤੁਸੀਂ ਚੌਥਾ ਵੇਦ ਜਦੋਂ ਸੁਣਿਆ ਸੀ, ਉਹ ਸੁਣ ਕੇ ਪ੍ਰਸੰਨ ਹੋ ਕੇ ਭੂਕੋ ਦੀਆ, ਤੁਸੀਂ ਇਹ ਸਾਰਾ ਰਾਜ ਭਾਗ ਸਾਨੂੰ ਦੇ ਦਿੱਤਾ ਸੀ। ਤੀਨ ਜਨਮ ਹਮ ਹੂੰ ਜਪਤ ਰਹਿ। ਤੇ ਹੁਣ ਇਹ ਕਹਿਣ ਲੱਗੇ ਕਿ ਇਸ ਪ੍ਰਕਾਰ ਨਾਲ ਜਿਵੇਂ ਤੁਸੀਂ ਚੌਥਾ ਵੇਦ ਸੁਣ ਕੇ ਸਾਨੂੰ ਰਾਜ ਦਿੱਤਾ, ਤੇ ਜਿਸ ਸਮੇਂ ਫਿਰ ਅਸੀਂ ਗੁਰੂ ਨਾਨਕ ਮਹਾਰਾਜ ਤੋਂ ਅੱਗੇ ਫਿਰ ਜਿਸ ਸਮੇਂ ਚੌਥੀ ਜਿਹੜੀ ਚੱਲੇਗੀ ਕੁੱਲ, ਚੌਥੇ ਜਨਮ ਗੁਰੂ ਤੋਹੇ ਕਰ ਹੈ। ਤੀਨ ਜਨਮ ਹਮ ਹੂੰ ਜਬ ਤਰਹਿ, ਤਿੰਨ ਜਨਮ ਜਿਹੜੇ ਤਿੰਨ ਵਾਰ ਜਿਹੜੇ ਰਾਜੇ ਜਿਹੜਾ ਗੁਰੂ ਨਾਨਕ ਰਾਜ ਚਲਾਇਆ, ਗੁਰੂ ਨਾਨਕ ਮਹਾਰਾਜ ਜਿਹੜਾ ਰਾਜ ਚਲਾਉਣਗੇ, ਉਹ ਤਿੰਨ ਜਿਹੜੇ ਰਾਜੇ ਉਹ ਸਾਡੀ ਕੁੱਲ ਵਿੱਚ ਹੀ ਹੋਣਗੇ। ਚੌਥੇ ਜਨਮ ਗੁਰੂ ਤੋਹੇ ਕਰਹਿ, ਫਿਰ ਚੌਥੇ ਜਨਮ ਦੇ ਅੰਦਰ ਚੌਥੀ ਜਿਹੜੀ ਗੁਰਤਾ ਗੱਦੀ, ਚੌਥਾ ਰਾਜ ਭਾਗ ਜਿਹੜਾ ਹੈ ਉਹ ਤੁਹਾਨੂੰ ਸੋਢੀਆਂ ਨੂੰ ਦੇਣਾ ਕਰਾਂਗੇ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਫਿਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਸੋਢੀਆਂ ਦੇ ਕੁੱਲ ਦੇ ਅੰਦਰ ਉਹਨਾਂ ਨੂੰ ਗੁਰਤਾ ਗੱਦੀ ਇਹ ਮਿਲੇਗੀ, ਕਿਉਂਕਿ ਸਾਧ ਸੰਗਤ ਇਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ ਸੀ। ਜਿਹੜੇ ਇਹਨਾਂ ਨੇ ਵੇਦਾਂ ਦੇ ਪਾਠ ਪੜ੍ਹੇ, ਇਹਨਾਂ ਨੇ ਕਥਾ ਕਰਦੇ, ਇਹਨਾਂ ਨੂੰ ਇਤਨਾ ਗਿਆਨ ਹੋ ਗਿਆ ਸੀ ਕਿ ਆਉਣ ਵਾਲੇ ਸਮੇਂ ਦਾ ਇਹ ਦੱਸ ਰਹੇ ਸਨ ਕਿ ਚੌਥੀ ਗੁਰਤਾ ਗੱਦੀ ਫਿਰ ਤੁਹਾਨੂੰ ਸੋਢੀਆਂ ਨੂੰ ਅਸੀਂ ਦੇਵਾਂਗੇ। ਉਤਰਾਜਾ ਕਾਨਨ ਹੈ ਸਿਧਾਇਓ। ਉਤਰਾਜਾ, ਤੇ ਫਿਰ ਇਹ ਗੱਲਬਾਤ ਸਾਰੀ ਸੁਣ ਕੇ ਵਰ ਪ੍ਰਾਪਤ ਕਰਕੇ ਤੇ ਕੰਨ ਹੈ
ਕਾਨ ਨਹਿ ਜੰਗਲ ਨੂੰ ਚਲਾ ਗਿਆ ਇਹ ਸੋਢੀ ਰਾਜਾ। ਇਤ ਇਨ ਰਾਜ ਕਰਤ ਸੁਖ ਪਾਇਓ। ਤੇ ਇੱਥੇ ਫਿਰ ਜਿਹੜੇ ਬੇਦੀ ਸਨ ਇਹ ਰਾਜ ਕਰਦੇ ਰਹੇ ਤੇ ਰਾਜ ਕਰਦੇ ਕਰਦੇ ਇਹਨਾਂ ਨੇ ਬੜਾ ਸੁਖ ਪ੍ਰਾਪਤ ਕੀਤਾ। ਕਹਾਂ ਲਗੈ ਕਰ ਕਥਾ ਸੁਣਾਉ। ਸਤਿਗੁਰੂ ਫਰਮਾਉਂਦੇ ਕਿ ਕਹਾਂ ਲੱਗਾ ਕਿੱਥੋਂ ਤੱਕ ਮੈਂ ਇਹ ਕਥਾ ਉਚਾਰਨ ਕਰਕੇ ਸੁਣਾਵਾਂ। ਗ੍ਰੰਥ ਬੜਨ ਤੇ ਅਧਿਕ ਡਰਾਉ। ਗ੍ਰੰਥ ਬਹੁਤਾ ਵੱਧ ਜਾਵੇਗਾ ਇਸ ਪ੍ਰਕਾਰ ਮੈਂ ਡਰ ਮੰਨਦਾ ਹਾਂ। ਸਤਿਗੁਰਾਂ ਨੇ ਇੱਥੇ ਇਸ ਅਧਿਆਏ ਦੇ ਇੱਥੇ ਅਧਿਆਏ ਸੰਪੂਰਨ ਹੁੰਦਾ ਹੈ। ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਵੇਦ ਪਾਠ ਭੇਟ ਰਾਜ, ਵੀ ਵੇਦਾਂ ਦਾ ਪਾਠ ਸੁਣ ਕੇ ਤੇ ਰਾਜ ਜਿਹੜਾ ਭੇਟ ਕਰ ਦੇਣਾ ਬੇਦੀਆਂ ਨੂੰ, ਇਹ ਸੰਪੂਰਨ ਹੋਇਆ। ਚਤੁਰਥ ਅਧਿਆਏ ਸਮਾਪਤ ਮਸਤ ਸੁਭ ਮਸਤ ਅਫਜੂ। ਇੱਥੇ ਸਾਧ ਸੰਗਤ 4 ਅਧਿਆਏ ਇੱਥੇ ਸੰਪੂਰਨ ਹੋਏ ਹਨ। ਇਸ ਚੌਥੇ ਅਧਿਆਏ ਦੇ ਅੰਦਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜਿਹੜੇ ਕਾਂਸੀ ਅੰਦਰ ਚਲੇ ਗਏ ਸਨ ਉੱਥੇ ਜਾ ਕਰਕੇ ਵੇਦ ਪੜ੍ਹਨ ਕਰਕੇ ਜਿਹੜੀ ਕੁਸੂ ਦੀ ਔਲਾਦ ਫਿਰ ਬੇਦੀ ਕਹਾਉਣ ਲੱਗ ਪਈ ਸੀ। ਇਹਨਾਂ ਨੂੰ ਜਿਹੜੀ ਲਹੂ ਦੀ ਔਲਾਦ ਸੀ ਜੋ ਸੋਢੀ ਕਹਾ ਰਹੇ ਸਨ, ਪੰਜਾਬ ਤੇ ਰਾਜ ਕਰ ਰਹੇ ਸਨ, ਉਹਨਾਂ ਨੇ ਫਿਰ ਇਹਨਾਂ ਨੂੰ ਪੱਤਰਕਾਰ ਲਿਖ ਕੇ ਬੁਲਾਇਆ, ਸੁਲ੍ਹਾ ਸਫਾਈ ਕਰਨ ਵਾਸਤੇ ਬੁਲਾ ਕਰਕੇ ਇਹਨਾਂ ਕੋਲੋਂ ਕਥਾ ਕਰਾਈ। ਕਥਾ ਸੁਣ ਕੇ ਇਹਨਾਂ ਤੋਂ ਸੋਢੀ ਰਾਜਾ ਜਿਹੜਾ ਪ੍ਰਸੰਨ ਹੋਇਆ ਤੇ ਆਪਣਾ ਜਿਹੜਾ ਰਾਜ ਭਾਗ ਫਿਰ ਇਹਨਾਂ ਨੂੰ ਬੇਦੀਆਂ ਨੂੰ ਦੇ ਕਰਕੇ ਤੇ ਆਪ ਜੰਗਲ ਵੱਲ ਨੂੰ ਚਲਾ ਗਿਆ। ਤੇ ਇਸ ਪ੍ਰਕਾਰ ਇਹਨਾਂ ਨੇ ਇੱਥੇ ਬਚਨ ਕਹੇ, ਵਰ ਦਿੱਤਾ ਕਿ ਜਿਹੜੇ ਤੀਜੀ ਗੁਰਤਾ ਗੱਦੀ ਹੈ ਉਹ ਤੀਜੇ ਰਾਜੇ ਅਸੀਂ ਤੁਹਾਨੂੰ ਸੋਢੀਆਂ ਨੂੰ ਇਸ ਪ੍ਰਕਾਰ ਬਖਸ਼ਿਸ਼ ਕਰਨਗੇ ਜਿਸ ਸਮੇਂ ਗੁਰੂ ਨਾਨਕ ਮਹਾਰਾਜ ਸਾਡੀ ਕੁੱਲ ਵਿੱਚ ਆਉਣਗੇ। ਇੱਥੋਂ ਤੱਕ ਸਤਿਗੁਰਾਂ ਨੇ ਚੌਥੇ ਅਧਿਆਏ ਦੇ ਅੰਦਰ ਬਖਸ਼ਿਸ਼ ਕੀਤੀ। ਤੇ ਅੱਗੇ ਹੁਣ ਜਿਹੜਾ ਪੰਜਵਾਂ ਅਧਿਆਏ ਹੈ ਇਹ ਸਤਿਗੁਰੂ ਆਰੰਭ ਕਰਦੇ ਹਨ। ਇਹ ਚੇਤਾ ਰਹੇ ਕਿ ਹੁਣ ਜਿਹੜਾ ਰਾਜ ਹੈ ਇਹ ਬੇਦੀਆਂ ਦੇ ਪਾਸ ਹੈ। ਨਰਾਜ ਛੰਦ ਬਹੁਰ ਬਿਖਾਦ ਬਾਦਿਅੰ ਕਿਨਨਾ ਤਾਹੇ ਸਾਧਿਅੰ। ਬਹੁਰ ਬਿਖਾਦ ਇਹ ਹੁਣ ਬੇਦੀ ਰਾਜ ਕਰ ਰਹੇ ਸਨ। ਸੋਢੀ ਤਾਂ ਰਾਜ ਦੇ ਕਰਕੇ ਤੇ ਜੰਗਲਾਂ ਨੂੰ ਚਲੇ ਗਏ। ਹੁਣ ਜਿਹੜੇ ਬੇਦੀ ਰਾਜ ਕਰ ਰਹੇ ਸਨ ਪੰਜਾਬ ਦੇਸ਼ ਦੇ ਉੱਪਰ, ਬਹੁਰ ਬਿਖਾਦ ਬਾਦਿਅੰ, ਇਹਨਾਂ ਦੇ ਅੰਦਰ ਬੜਾ ਬਖੇੜਾ ਬੜਾ ਝਗੜਾ ਵੱਧ ਗਿਆ। ਕਿਨੀ ਨਾ ਤਾਹੇ ਸਾਧਿਅੰ, ਉਸ ਨੂੰ ਕੋਈ ਸਾਧਿਅੰ ਕੋਈ ਸੁਲਝਾ ਨਹੀਂ ਸਕਿਆ। ਇਤਨਾ ਇਹਨਾਂ ਦਾ ਝਗੜਾ ਵੱਧ ਗਿਆ ਆਪਸ ਦੇ ਵਿੱਚ ਹੀ। ਕਰਮ ਕਾਲ ਯੋ ਭਈ ਸੂ ਭੂਮ ਬੰਸ ਤੇ ਗਈ। ਕਰਮ ਕਾਲ ਯੋ ਭਈ, ਕਾਲ ਪਰਮੇਸ਼ਰ ਦੀ ਐਸੀ ਕਰਨੀ ਹੋਈ, ਐਸਾ ਪਰਮੇਸ਼ਰ ਦਾ ਵਰਤਾਰਾ ਵਰਤਿਆ, ਸੋ ਭੂਮ ਬੰਸ ਤੇ ਗਈ। ਹੁਣ ਜਿਹੜੀ ਭੂਮ ਜਿਹੜਾ ਰਾਜ ਭਾਗ ਸੀ ਉਹ ਬੇਦੀਆਂ ਕੋਲੋਂ ਵੀ ਖੁੱਸ ਗਿਆ, ਇਹ ਵੀ ਨਾ ਸੰਭਾਲ ਸਕੇ। ਇਹਨਾਂ ਕੋਲੋਂ ਵੀ ਜਿਹੜਾ ਰਾਜ ਉਹ ਚਲਾ ਗਿਆ। ਐਸੀ ਪਰਮੇਸ਼ਰ ਦੀ ਦ੍ਰਿਸ਼ਟੀ, ਐਸੀ ਪਰਮੇਸ਼ਰ ਦੀ ਕਲਾ ਵਰਤੀ। ਦੋਹਰਾ ਵਿਪਰ ਕਰਤ ਭਏ ਸ਼ੂਦਰ ਬ੍ਰਿਤ। ਵਿਪਰ ਕਰਤ ਭਏ, ਜਿਹੜੇ ਵਿਪਰ ਰਾਜੇ ਜਿਹੜੇ ਵਿਪਰ ਜਿਹੜੇ ਬ੍ਰਾਹਮਣ ਸਨ। ਸਾਧ ਸੰਗਤ ਇਹ ਸਤਿਗੁਰਾਂ ਨੇ ਹੁਣ ਕਲਯੁਗ ਦਾ ਵਰਤਾਰਾ ਦੱਸਿਆ, ਕਿਉਂਕਿ ਇੱਥੇ ਗੁਰੂ ਨਾਨਕ ਮਹਾਰਾਜ ਦਾ ਹੁਣ ਪ੍ਰਕਾਸ਼ ਹੋਣਾ ਹੈ ਨਾ, ਤੇ ਕਲਯੁਗ ਦੇ ਹੋਣ ਕਰਕੇ ਕੀ ਵਰਤਾਰਾ ਵਰਤਿਆ ਕਿ ਜਿਹੜੇ ਵਿਪਰ ਜਿਹੜੇ ਬ੍ਰਾਹਮਣ ਸਨ, ਕਰਤ ਭਏ ਸ਼ੂਦਰ ਬ੍ਰਿਤ, ਜਿਹੜੇ ਸ਼ੂਦਰਾਂ ਦੇ ਕਾਰਜ ਸਨ ਨਾ, ਕੰਮ ਸ਼ੂਦਰਾਂ ਦੇ ਕਰਨ ਵਾਲੇ ਸਨ, ਉਹ ਬ੍ਰਾਹਮਣ ਕਰਨ ਲੱਗ ਪਏ। ਸਾਧ ਸੰਗਤ ਮਨੂ ਸਿਮਰਤੀ ਦੇ ਅੰਦਰ ਜਿਹੜਾ ਬ੍ਰਾਹਮਣ ਦੇ ਕੰਮ ਦੱਸੇ ਗਏ ਹਨ ਨਾ, ਉਹ 6 ਕਾਰਜ ਹਨ। ਜੇ ਉਹ 6 ਕਾਰਜ ਬ੍ਰਾਹਮਣ ਕਰੇਗਾ ਤਾਂ ਉਹ ਬ੍ਰਾਹਮਣ ਕਹਾ ਸਕਦਾ ਹੈ। ਇਸ ਪ੍ਰਕਾਰ ਵੇਦ ਪੜ੍ਹਨੇ, ਵੇਦ ਪੜ੍ਹਾਉਣੇ, ਯੱਗ ਆਪ ਕਰਨਾ ਤੇ ਯੱਗ ਕਰਾਉਣਾ, ਤੇ ਦਾਨ ਕਰਨਾ ਤੇ ਦਾਨ ਦੇਣਾ, ਇਹ 6 ਕਾਰਜ ਬ੍ਰਾਹਮਣ ਦੇ ਹਨ। ਤੇ ਇਹ ਸਤਿਗੁਰੂ ਇੱਥੇ ਫਰਮਾਉਂਦੇ ਕਿ ਜਿਹੜੇ ਬ੍ਰਾਹਮਣ ਸਨ ਉਹ ਕਰਤ ਭਏ ਸ਼ੂਦਰ ਬ੍ਰਿਤ, ਉਹ ਸ਼ੂਦਰਾਂ ਦਾ ਕਾਰਜ ਕਰਨ ਲੱਗ ਪਏ। ਸ਼ੂਦਰਾਂ ਦਾ ਕਾਰਜ ਕੀ ਸੀ? ਜੋ ਦਿਹਾੜੀ ਟੱਪਾ ਕਰਨਾ, ਲੋਕਾਂ ਦੀ ਸੇਵਾ, ਝਾੜ ਪੂੰਝ, ਇਸ ਪ੍ਰਕਾਰ ਨੌਕਰ ਹੋ ਕਰਕੇ ਆਪਦੀ ਜ਼ਿੰਦਗੀ ਬਤੀਤ ਕਰਨੀ, ਇਹ ਸ਼ੂਦਰਾਂ ਦੇ ਕਾਰਜ ਸਨ। ਤੇ ਸਤਿਗੁਰੂ ਕਹਿੰਦੇ ਵੀ ਕਲਯੁਗ ਦਾ ਐਸਾ ਵਰਤਾਰਾ ਹੋਇਆ, ਸਾਰਾ ਸਮਾਜ ਉਲਟਾ ਪੁਲਟਾ ਹੋ ਗਿਆ। ਜੋ ਬ੍ਰਾਹਮਣ ਸਨ ਉਹ ਸ਼ੂਦਰਾਂ ਦੀ ਨਿਆਈ, ਜੋ ਦਿਹਾੜੀ ਟੱਪਾ ਆਦਿਕ ਅਤੇ ਨੌਕਰ ਹੋ ਕਰਕੇ ਉਹ ਆਪਣੀ ਦਿਹਾੜੀ ਡੰਗ ਕੱਟਣ ਲੱਗ ਪਏ। ਛਤਰੀ ਵੈਸ਼ਨ ਕਰਮ, ਜਿਹੜੇ ਛਤਰੀ ਸਨ ਉਹ ਵੈਸ਼ਨਵਾਂ ਦੇ ਕੰਮ ਕਰਨ ਲੱਗ ਪਏ। ਛਤਰੀਆਂ ਦਾ ਕਾਰਜ ਕੀ ਸੀ? ਜੰਗ ਯੁੱਧ ਕਰਨੇ, ਕਿਸੇ ਰਾਜੇ ਦੇ ਅਧੀਨ ਹੋ ਕਰਕੇ ਤੇ ਧਰਮ ਦੇ ਯੁੱਧ ਕਰਨੇ, ਧਰਮ ਦੀ ਜੰਗ ਕਰਨੀ, ਇਸ ਪ੍ਰਕਾਰ ਦੁਸ਼ਟਾਂ ਦਾ ਨਾਸ਼ ਕਰਨਾ, ਇਹ ਛਤਰੀਆਂ ਦਾ ਕਾਰਜ ਸੀ। ਵੈਸ਼ਨ ਕਰਮ, ਤੇ ਜਿਹੜੇ ਵੈਸ਼ਨਵਾਂ ਦਾ ਕਾਰਜ ਸੀ ਜੋ ਇਹ ਖੇਤੀਬਾੜੀ ਕਰਨੀ ਅਤੇ ਵਣਜ ਵਪਾਰ ਕਰਨਾ, ਘੋੜੇ ਖਰੀਦ ਕੇ ਵੇਚ ਦੇਣੇ ਆਦਿਕ, ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਜਿਹੜਾ ਇਹ ਕਰਦੇ ਸਨ, ਇਹ ਵੈਸ਼ਨਵ। ਪਰ ਸਤਿਗੁਰੂ ਕਹਿੰਦੇ ਕਲਯੁਗ ਦਾ ਐਸਾ ਵਰਤਾਰਾ ਹੋਇਆ ਕਿ ਛਤਰੀ ਵੈਸ਼ਨ ਕਰਮ, ਤੇ ਜਿਹੜੇ ਛਤਰੀ ਸਨ ਉਹ ਜੰਗ ਕਰਨਾ ਛੱਡ ਕੇ ਤੇ ਖੇਤੀਬਾੜੀ ਤੇ ਵਣਜ ਵਪਾਰ ਕਰਨ ਲੱਗ ਪਏ।
ਬੈਸ ਕਰਤ ਪੇ ਸ਼ਰਤ ਬ੍ਰਿਤ। ਛਤਰ ਬ੍ਰਿਤ ਜਿਹੜੇ ਵੈਸ਼ਨੂ ਸਨ, ਵੈਸ਼ਨਵ ਜਿਨ੍ਹਾਂ ਦਾ ਕਾਰਜ ਸੀ ਕਿ ਵਪਾਰ ਅਤੇ ਖੇਤੀਬਾੜੀ ਕਰਨੀ, ਭਏ ਛਤਰ ਬ੍ਰਿਤ ਉਹ ਛਤਰੀਆਂ ਦਾ ਕੰਮ ਕਰਨ ਲੱਗ ਪਏ। ਉਹ ਆਪਣਾ ਖੇਤੀਬਾੜੀ ਵਾਲਾ ਕੰਮ, ਵਣਜ ਵਪਾਰ ਵਾਲਾ ਕੰਮ ਛੱਡ ਕੇ ਤੇ ਉਹ ਜੰਗ ਯੁੱਧ ਕਰਨ ਲੱਗ ਪਏ। ਸ਼ੂਦਰ ਸੋ ਦਿਜ ਕੋ ਧਰਮ। ਜਿਹੜੇ ਸ਼ੂਦਰ ਸਨ ਉਹ ਦਿਜ ਜਿਹੜਾ ਪੰਡਿਤ ਜਿਹੜਾ ਬ੍ਰਾਹਮਣ ਉਹਦੇ ਕਰਮ ਜਿਹੜੇ ਸਨ ਉਹ ਸ਼ੂਦਰ ਕਰਨ ਲੱਗ ਪਏ ਸਨ। ਸ਼ੂਦਰ ਹੀ ਵੇਦ ਪੜ੍ਹਨ ਲੱਗ ਪਏ, ਉਹ ਯੱਗ ਕਰਨ ਲੱਗ ਪਏ, ਦਾਨ ਦੇਣ ਲੈਣ ਲੱਗ ਪਏ ਸਨ ਸ਼ੂਦਰ। ਐਸਾ ਜੋ ਕਲਯੁਗ ਦਾ ਵਰਤਾਰਾ ਉਸ ਸਮੇਂ ਹੋ ਗਿਆ ਸੀ। ਚੌਪਈ 20 ਗਾਵ ਤਿਨਕੇ ਰਹਿ ਗਏ। ਹੁਣ ਸਤਿਗੁਰੂ ਫਰਮਾਉਂਦੇ ਇੱਕ ਤਾਂ ਇਹ ਕਲਯੁਗ ਦਾ ਵਰਤਾਰਾ ਉਸ ਸਮੇਂ ਅਜਿਹਾ ਸੀ, ਤੇ ਦੂਸਰਾ ਜਿਹੜਾ ਬੇਦੀਆਂ ਕੋਲੋਂ ਰਾਜ ਖੁੱਸ ਗਿਆ ਸੀ, ਐਸੀ ਪਰਮੇਸ਼ਰ ਦੀ ਇਹ ਕਲਾ ਵਰਤੀ ਸੀ। ਤੇ ਹੁਣ ਬਖਸ਼ਿਸ਼ ਕਰਦੇ ਹਨ ਕਿ 20 ਗਾਵ ਜਿਹੜੇ 20 ਪਿੰਡ ਹੀ ਇਹਨਾਂ ਪਾਸ ਰਹਿ ਗਏ ਸਨ ਬੇਦੀਆਂ ਕੋਲ। ਇਹ 20 ਪਿੰਡਾਂ ਦੇ ਵਿੱਚ ਹੀ ਇਹ ਇੱਥੇ ਰਹਿ ਕੇ ਤੇ ਆਪਣਾ ਜੋ ਗੁਜ਼ਾਰਾ ਚਲਾ ਰਹੇ ਸਨ। ਜਿਨਮੋ ਕਰਤ ਕਿਰਸਾਨੀ ਭਈ। ਜਿਹਦੇ ਵਿੱਚ ਇਹ 20 ਪਿੰਡਾਂ ਦੇ ਵਿੱਚ ਹੀ ਇਹ ਕਿਰਸਾਨੀ ਕਰਕੇ ਤੇ ਆਪਣਾ ਗੁਜ਼ਾਰਾ ਕਰਨ ਲੱਗ ਪਏ। ਬਹੁਤ ਕਾਲ ਇਹ ਭਾਂਤ ਬਿਤਾਇਓ। ਇਸੇ ਪ੍ਰਕਾਰ ਨਾਲ ਜਿਹੜੇ ਬੇਦੀ ਸਨ ਨਾ, ਰਾਜ ਤਾਂ ਖੁੱਸ ਗਿਆ, ਰਹਿ ਗਏ ਇਹਨਾਂ ਕੋਲ 20 ਪਿੰਡ, ਤੇ ਇਹਨਾਂ ਦੇ ਅੰਦਰ ਇਹ ਹੁਣ ਕਿਰਸਾਨੀ ਕਰਕੇ ਤੇ ਇਸੇ ਪ੍ਰਕਾਰ ਆਪਦਾ ਗੁਜ਼ਾਰਾ ਕਰਦੇ ਤੇ ਬਹੁਤ ਕਾਲ ਇਹ ਭਾਂਤ ਬਿਤਾਇਓ। ਇਸ ਪ੍ਰਕਾਰ ਨਾਲ ਬੜਾ ਲੰਮਾ ਸਮਾਂ ਬਤੀਤ ਹੋ ਗਿਆ ਇਹਨਾਂ ਨੂੰ ਇੱਥੇ ਖੇਤੀ ਕਰਦਿਆਂ ਨੂੰ, ਕਿਉਂਕਿ ਹੈ ਤਾਂ ਇਹ ਛਤਰੀ ਸਨ ਜਿਹੜੇ ਬੇਦੀ ਸਨ। ਤੇ ਸਤਿਗੁਰਾਂ ਨੇ ਫੜਨਾ ਛਤਰੀ ਬੈਸਣ ਕਰਮ ਦੇ ਜਿਹੜੇ ਛਤਰੀ ਸਨ ਕਲਯੁਗ ਦੇ ਵਰਤਾਰੇ ਕਰਕੇ ਇਹ ਖੇਤੀਬਾੜੀ ਕਰਨ ਲੱਗ ਪਏ ਸਨ, ਜੰਗ ਯੁੱਧ ਛੱਡ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਰਮਾਇਆ ਨਾ, ਛਤਰੀ ਕੋ ਪੂਤ ਹਾਂ ਬਾਹਮਣ ਕੋ ਨਹਿ, ਕਿਉਂਕਿ ਗੁਰੂ ਨਾਨਕ ਮਹਾਰਾਜ ਇਹਨਾਂ ਦੇ ਘਰ ਵੀ ਇੱਥੇ ਬੇਦੀਆਂ ਦੀ ਕੁਲ 'ਚ ਪ੍ਰਗਟ ਹੋਏ ਸਨ ਤੇ ਇਹ ਹੁਣ ਇਹ ਖੇਤੀਬਾੜੀ ਕਰਨ ਲੱਗ ਪਏ ਸਨ। ਤੇ ਇਸ ਪ੍ਰਕਾਰ ਬੜਾ ਲੰਮਾ ਸਮਾਂ ਬੀਤ ਗਿਆ। ਜਨਮ ਸਮੇਂ ਨਾਨਕ ਕੋ ਆਇਓ। ਜਨਮ ਸਮੇਂ ਹੁਣ ਇੱਥੇ ਇੱਕ ਸਤਿਗੁਰੂ ਫਰਮਾਉਂਦੇ ਕਿ ਸਮਾਂ ਉਹ ਆਣ ਢੁਕਿਆ ਜਿਸ ਸਮੇਂ ਗੁਰੂ ਨਾਨਕ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ। ਜਨਮ ਸਮੇਂ ਨਾਨਕ ਕੋ ਆਏ, ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਦਾ ਜੋ ਇਹ ਸਮਾਂ ਆਣ ਬਣਿਆ, ਉਸ ਸਮੇਂ ਤੱਕ ਸਾਧ ਸੰਗਤ ਇੱਥੇ ਹੁਣ ਸਤਿਗੁਰਾਂ ਦਾ ਪ੍ਰਕਾਸ਼ ਹੋਣਾ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਜਿਹੜਾ ਕਲਯੁਗ ਦੇ 5000 ਵਰਾ ਕਲਯੁਗ ਦਾ ਬੀਤ ਚੁੱਕਿਆ ਸੀ। ਦੋਹਰਾ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਤਿਗੁਰੂ ਫਰਮਾ ਰਹੇ ਹਨ ਤਿੰਨ ਬੇਦੀਆਂ ਕੀ। ਹੁਣ ਇਹਨਾਂ ਬੇਦੀਆਂ ਦੀ ਕੁਲ ਦੇ ਅੰਦਰ ਜਿਨ੍ਹਾਂ ਦਾ ਰਾਜ ਖੁੱਸ ਗਿਆ ਤੇ 20 ਪਿੰਡ ਰਹਿ ਗਏ, ਇਹ ਹੁਣ ਕਿਰਸਾਨੀ ਕਰਕੇ ਤੇ ਗੁਜ਼ਾਰਾ ਕਰ ਰਹੇ ਸਨ। ਅਤੇ ਤਿੰਨ ਬੇਦੀਆਂ ਕੀ ਕੁਲ ਵਿਖੇ ਇਹਨਾਂ ਦੀ ਕੁਲ ਦੇ ਅੰਦਰ ਪ੍ਰਗਟੇ ਨਾਨਕ ਰਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਜਗਤ ਗੁਰੂ ਤੇ ਇਹਨਾਂ ਨੇ ਪ੍ਰਕਾਸ਼ ਧਾਰਨ ਕੀਤਾ ਇਹਨਾਂ ਬੇਦੀਆਂ ਦੀ ਕੁਲ ਦੇ ਅੰਦਰ। ਸਾਧ ਸੰਗਤ ਜੋ ਬਿਕਰਮੀ ਸੰਮਤ 1526 ਦੇ ਅੰਦਰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ। ਕੱਤਕ ਦੀ ਜੋ ਪੂਰਨਮਾਸ਼ੀ ਵਾਲੇ ਦਿਨ ਤੇ ਦਿਨ ਬੁੱਧਵਾਰ ਦਾ ਸੀ, ਉਸ ਦਿਨ ਇਸ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਇਹ ਗ੍ਰੰਥਾਂ ਦੇ ਅੰਦਰ ਜ਼ਿਕਰ ਆਉਂਦਾ ਹੈ ਕਿ ਜਿਸ ਸਮੇਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਉਹ ਜੋ ਅੰਮ੍ਰਿਤ ਵੇਲੇ ਜੋ ਠੀਕ 1 ਵੱਜਣ ਦੇ ਵਿੱਚ ਜੋ 7-8 ਮਿੰਟ ਰਹਿੰਦੇ ਸਨ, ਉਸ ਸਮੇਂ ਸਤਿਗੁਰਾਂ ਦਾ ਇਹ ਪ੍ਰਕਾਸ਼ ਹੋਇਆ ਸੀ। ਤੇ ਬੇਦੀਆਂ ਦੇ ਕੁਲ ਵਿੱਚ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਸਭ ਸਿੱਖਣ ਕੋ ਸੁਖ ਦੇ ਜਹ ਤਹ ਭਏ ਸਹਾਈ। ਤੇ ਸਤਿਗੁਰੂ ਨਾਨਕ ਮਹਾਰਾਜ ਫਿਰ ਇਸ ਜਗਤ ਦੇ ਅੰਦਰ ਪ੍ਰਕਾਸ਼ ਹੋ ਕਰਕੇ ਤੇ ਫਿਰ ਸਤਿਗੁਰਾਂ ਨੇ ਇਹ ਜੋ ਆਪਣਾ ਪੰਥ ਚਲਾ ਦਿੱਤਾ ਤੇ ਇਹ ਸਭ ਸਿੱਖਣ ਕੋ ਸਾਰੇ ਫਿਰ ਆਪਦੇ ਸਿੱਖਾਂ ਨੂੰ ਸੁਖ ਦੇ। ਸਤਿਗੁਰੂ ਨਾਨਕ ਮਹਾਰਾਜ ਨੇ ਫਿਰ ਸੁਖੀ ਵਸਾਇਆ, ਸੁਖ ਦਿੱਤਾ ਸਤਿਗੁਰਾਂ ਨੇ। ਜਹ ਤਹ ਭਏ ਸਹਾਏ, ਤੇ ਜਹ ਤਹ ਹਰ ਇੱਕ ਪ੍ਰਕਾਰ ਦੇ ਨਾਲ, ਹਰ ਇੱਕ ਤਰੀਕੇ ਦੇ ਨਾਲ ਤੇ ਹਰ ਇੱਕ ਸਮੇਂ ਦੇ ਅੰਦਰ ਧੰਨ ਗੁਰੂ ਨਾਨਕ ਮਹਾਰਾਜ ਆਪਣੀ ਸਿੱਖਾਂ ਦੀ ਸਹਾਇਤਾ ਕਰਨ ਵਾਸਤੇ ਪਹੁੰਚੇ। ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਕੀ ਸਰਨੀ ਪਾਈਐ ਰੇ, ਕਿ ਸਾਰੇ ਸੁੱਖਾਂ ਦਾ ਦਾਤਾ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਐਸੇ ਪ੍ਰਗਟ ਹੋਏ ਸੰਸਾਰ ਅੰਦਰ। ਉਹਨਾਂ ਨੇ ਆਪਣੇ ਸਿੱਖਾਂ ਨੂੰ, ਸਾਰੇ ਜੋ ਸਿੱਖ, ਕੇਵਲ ਸਿੱਖ ਨਹੀਂ, ਜਿਹੜੇ ਵੀ ਸਿੱਖ ਬਣੇ ਉਹ ਮੁਸਲਮਾਨ ਹੋਣ ਭਾਵੇਂ ਉਹ ਹਿੰਦੂ ਹੋਣ, ਜਿਹੜੇ ਵੀ ਸਿੱਖ ਬਣੇ ਉਹਨਾਂ ਨੂੰ ਫਿਰ ਸਤਿਗੁਰਾਂ ਨੇ ਸੁਖ ਬਖਸ਼ਿਸ਼ ਕੀਤਾ ਤੇ ਹਰ ਪ੍ਰਕਾਰ ਨਾਲ ਸਹਾਈ ਹੋਏ। ਚੌਪਈ ਤਿਨ ਇਹ ਕਲਮੋ ਧਰਮ ਚਲਾਇਓ। ਤਿਨ ਇਹ ਉਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਲਮੋ ਕਲਯੁਗ ਦੇ ਅੰਦਰ ਧਰਮ ਚਲਾਇਓ। ਇਹ ਧਰਮ ਦਾ ਮਾਰਗ ਸਤਿਗੁਰਾਂ ਨੇ ਚਲਾਉਣਾ ਕੀਤਾ। ਨਾਨਕ ਰਾਜ ਚਲਾਇਆ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਗੁਰੂ ਨਾਨਕ ਮਹਾਰਾਜ ਨੇ ਇਹ ਰਾਜ ਚਲਾ ਦਿੱਤਾ ਆਪਣਾ। ਤੇ ਇਹ ਕਲਯੁਗ ਦੇ ਵਿੱਚ ਸਤਿਗੁਰੂ ਫਰਮਾਉਂਦੇ ਇਹ ਧਰਮ ਦਾ ਰਾਜ ਸਤਿਗੁਰਾਂ ਨੇ ਚਲਾਇਆ। ਸਭ ਸਾਧਨ ਕੋ ਰਾਹ ਬਤਾਇਓ। ਸਭ ਸਾਧਨ ਕੋ
ਰਾਹ ਬਤਾਇਓ। ਸਾਰੇ ਜਿਹੜੇ ਸਾਧਨ ਸਾਧੂ ਸਨ, ਜਿਹੜੇ ਸਾਧਨਾ ਕਰਨ ਵਾਲੇ ਸਨ ਪਰਮੇਸ਼ਰ ਦੀ, ਕੋ ਰਾਹ ਬਤਾਇਓ, ਉਹਨਾਂ ਨੂੰ ਰਾਹ ਦੱਸ ਦਿੱਤਾ ਵੀ ਕਿਸ ਪ੍ਰਕਾਰ ਨਾਲ ਪਰਮੇਸ਼ਰ ਤੱਕ ਪਹੁੰਚਾਂਗੇ। ਕਿਉਂਕਿ ਸਾਧ ਸੰਗਤ ਜਿਹੜੇ ਸਾਧਨ ਕਰਨੇ ਹਨ ਨਾ, ਤਪੱਸਿਆ ਕਰਨੀ ਹੈ, ਪੁੱਠੇ ਲਟਕਣਾ ਹੈ, ਤਪ ਆਦਿਕ ਸਾਧਨ ਕਰਨੇ ਹਨ, ਇਹ ਸਾਧ ਸੰਗਤ ਇਹ ਜਿਹੜੀ ਸਿਫਰ ਹੁੰਦੀ ਹੈ ਜ਼ੀਰੋ, ਇਹ ਉਹ ਜ਼ੀਰੋ ਦੀ ਨਿਆਈ ਹਨ। ਇਹ ਜਿਤਨੀਆਂ ਵੀ ਲੱਗੀਆਂ ਹੁਣ, ਭਾਵੇਂ 15 ਲੱਗਣ ਤੇ ਭਾਵੇਂ ਲੱਗਣ 50, ਇਹਨਾਂ ਦੀ ਕੋਈ ਮਹੱਤਤਾ ਨਹੀਂ, ਕੋਈ ਇਹਨਾਂ ਦੀ ਵੈਲਿਊ ਨਹੀਂ। ਜਿਤਨੀਆਂ ਮਰਜ਼ੀ ਜ਼ੀਰੋਆਂ ਲਾ ਦਈਏ ਤੇ ਜੇਕਰ ਅੱਗੇ ਏਕਾ ਲੱਗਾ ਹੈ ਨਾ, ਤਾਂ 1 ਜ਼ੀਰੋ ਵਧਾਵਾਂਗੇ ਤਾਂ ਉਹ ਉਸ ਦੀ ਜਿਹੜੀ ਕੀਮਤ ਹੈ ਉਹ 10 ਗੁਣਾ ਹੋ ਜਾਵੇਗੀ। ਇਸ ਪ੍ਰਕਾਰ 100 ਗੁਣਾ ਵੱਧਦੀ ਹੀ ਜਾਵੇਗੀ। ਜਿਤਨੇ ਸਤਿਗੁਰੂ ਫਰਮਾਉਂਦੇ ਕਿ ਸਭ ਸਾਧਨ, ਇਹ ਜਿਹੜੇ ਸਾਧਨ ਕਰ ਰਹੇ ਸਨ, ਜੋ ਸਾਧਕ ਸਨ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਬੜੇ ਸਾਧਨ ਕਰ ਰਹੇ ਸਨ, ਪਰ ਉਹ ਸਾਰੀਆਂ ਜ਼ੀਰੋਆਂ ਹੀ ਸਨ। ਤੇ ਫਿਰ ਸਤਿਗੁਰਾਂ ਨੇ ਕੀ ਕੀਤਾ? ਰਾਹ ਬਤਾਇਓ, ਜਿਹੜਾ ਫਿਰ ਸੱਚਾ ਰਾਹ ਜਿਹੜਾ ਉਹਨਾਂ ਨੂੰ ਦੱਸਿਆ, ਜੋ ਨਾਮ ਦਾ ਰਾਹ ਹੈ, ਉਹ ਨਾਮ ਦਾ ਏਕਾ ਸਤਿਗੁਰਾਂ ਨੇ ਲਾ ਦਿੱਤਾ। ਜਿਤਨੇ ਮਰਜ਼ੀ ਸਾਧਨ ਕਰ ਲਵੋ ਤੇ ਜੇਕਰ ਨਾਮ ਦਾ ਏਕਾ ਨਹੀਂ ਨਾ ਅੱਗੇ ਲੱਗਿਆ, ਨਾਮ ਵਿੱਚ ਤੁਹਾਡੀ ਸੁਰਤ ਨਹੀਂ ਟਿਕੀ, ਤੇ ਇਹ ਜਿਹੜੇ ਸਾਧਨ ਹਨ ਸਾਰੇ ਹੀ ਵਿਅਰਥ ਹਨ। ਤੇ ਜੇਕਰ ਉਹ ਨਾਮ ਪਰਮੇਸ਼ਰ ਦਾ ਹੈ, ਜਿਹੜਾ ਵਾਹਿਗੁਰੂ ਨਾਮ ਸਤਿਗੁਰਾਂ ਨੇ ਉਚਾਰਿਆ, ਜੇਕਰ ਉਹ ਨਾਮ ਦਾ ਏਕਾ ਅੱਗੇ ਲੱਗਾ ਹੈ, ਤਾਂ ਜਿਹੜੇ ਸਾਧਨ ਕਰਾਂਗੇ ਉਹਨਾਂ ਦੀ ਵੀ ਕੀਮਤ ਪਵੇਗੀ, ਉਹ ਸਾਧਨ ਵੀ ਫਿਰ ਹੋਰ ਵੱਧ ਫਲ ਦੇਣਗੇ। ਇਹ ਸਤਿਗੁਰਾਂ ਨੇ ਰਾਹ ਬਤਾਇਓ, ਇਹ ਜਿਹੜਾ ਨਾਮ ਦਾ, ਸੱਚੇ ਨਾਮ ਦਾ ਸਿਮਰਨਾ ਹੈ, ਇਹ ਸਤਿਗੁਰਾਂ ਨੇ ਰਾਹ ਦੱਸਿਆ। ਜੋ ਤਾਕੇ ਮਾਰਗ ਮਹਿ ਆਏ, ਇਸ ਮਾਰਗ ਦੇ ਉੱਪਰ ਜਿਹੜੇ ਸਤਿਗੁਰਾਂ ਦੀ ਸਿੱਖੀ ਦਾ ਮਾਰਗ ਸਤਿਗੁਰਾਂ ਨੇ ਚਲਾਇਆ, ਜਿਹੜੇ ਵੀ ਇਸ ਮਾਰਗ ਦੇ ਉੱਪਰ ਆਏ, ਤੇ ਕਬਹੂ ਨਹੀਂ ਪਾਪ ਸੰਤਾਏ, ਤੇ ਕਬਹੂ ਨਹੀਂ, ਉਹਨਾਂ ਨੂੰ ਫਿਰ ਕਦੀ ਵੀ ਪਾਪ ਸੰਤਾਏ, ਪਾਪ ਬਿਲਕੁਲ ਵੀ ਨਹੀਂ ਉਹਨਾਂ ਨੂੰ ਸੰਤਾਉਣਾ ਕੀਤੇ, ਪਾਪਾਂ ਨੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਸਤਾਇਆ। ਪਾਪ ਕਰਮ ਉਹਨਾਂ ਦੇ ਨਾਸ ਹੋ ਗਏ, ਜਿਹੜੇ ਕੀਤੇ ਸਨ ਉਹ ਨਾਸ ਹੋ ਗਏ, ਅਤੇ ਅੱਗੋਂ ਕਰਨ ਤੋਂ ਉਹ ਵਰਜੇ ਗਏ। ਉਹ ਨਾ ਪਾਪ ਕਰਨ ਤੇ ਨਾ ਉਹਨਾਂ ਦਾ ਮਨ ਮੈਲਾ ਹੋਵੇ, ਤੇ ਨਾ ਫਿਰ ਸਿੱਖਾਂ ਦੇ ਅੰਦਰ ਕੋਈ ਵਾਸ਼ਨਾ ਰਵੇ, ਜਿਹੜੀ ਫਿਰ ਵਾਸ਼ਨਾ ਜਨਮ ਕਰਾਉਂਦੀ ਹੈ ਨਾ, ਵਾਸ਼ਨਾ ਬੱਧਾ ਆਵੇ ਜਾਵੇ, ਇਹ ਸਾਰੇ ਉਹਨਾਂ ਦੇ ਨਾਸ ਹੋ ਗਏ। ਇਸ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸਿੱਖਾਂ ਨੂੰ ਸੰਤਾਪ ਨਹੀਂ ਰਿਹਾ। ਜੇ ਜੇ ਪੰਥ ਤਵਨ ਕੇ ਪਰੇ, ਜਿਹੜੇ ਜਿਹੜੇ ਜੀਵ, ਚਾਹੇ ਉਹ ਹਿੰਦੂ ਤੇ ਚਾਹੇ ਮੁਸਲਮਾਨ, ਜਿਹੜੇ ਧਰਮ ਦੇ ਮਰਜ਼ੀ ਹੋਣ, ਜਿਹੜੇ ਵੀ ਇਸ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪੰਥ, ਇਸ ਮਹਾਰਾਜ ਜੀ ਦੇ ਰਾਹ ਦੇ ਉੱਪਰ ਤੁਰੇ, ਮਹਾਰਾਜ ਜੀ ਦੇ ਹੁਕਮ ਅਨੁਸਾਰ ਹੀ ਹੋ ਕਰਕੇ ਤੇ ਸਿੱਖੀ ਪੰਥ ਦੇ ਅੰਦਰ ਤੁਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ, ਸਾਰੇ ਪਾਪ ਸੰਤਾਪ ਜਿਹੜੇ ਸਨ ਉਹ ਫਿਰ ਸਤਿਗੁਰਾਂ ਨੇ ਹਰ ਲਏ, ਖਤਮ ਕਰ ਦਿੱਤੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸਤਿਗੁਰ ਕੈ ਜਨਮੈ ਗਵਨ ਮਿਟਾਇਆ। ਸਤਿਗੁਰੂ ਮਹਾਰਾਜ ਜੀ ਦਾ ਜਨਮ ਹੋ ਗਿਆ, ਜਿਸ ਸਮੇਂ ਪ੍ਰਕਾਸ਼ ਹੋ ਗਿਆ, ਤੇ ਜਿਹੜੇ ਸਿੱਖਾਂ ਦਾ ਸਾਰਾ ਗਵਨ ਸੀ ਉਹ ਮਿਟ ਗਿਆ। ਸਤਿਗੁਰਾਂ ਨੇ ਸਿੱਖਾਂ ਦੇ ਹਿਰਦੇ ਅੰਦਰ ਜਿਸ ਸਮੇਂ ਜਨਮ ਧਾਰ ਕਰ ਲਿਆ, ਵਾਸ ਕਰ ਲਿਆ, ਤੇ ਸਾਰੇ ਸਿੱਖਾਂ ਦਾ ਜੋ ਤਾਪ ਸੰਤਾਪ ਸਤਿਗੁਰਾਂ ਨੇ ਨਾਸ ਕਰ ਦਿੱਤਾ। ਦੁਖ ਭੂਖ ਕਬਹੂ ਨਾ ਸੰਤਾਏ, ਉਹਨਾਂ ਨੂੰ ਫਿਰ ਦੁੱਖ ਤੇ ਭੁੱਖ ਇਸ ਪ੍ਰਕਾਰ ਨਹੀਂ ਸੰਤਾਏ, ਉਹਨਾਂ ਨੂੰ ਭੁੱਖ ਕੋਈ ਨਹੀਂ ਰਹਿ ਗਈ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਨਾ, ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ। ਇਹ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇ ਦਿੰਦਾ ਹਾਂ, ਤਾਂ ਹੀ ਤਾਂ ਫਿਰ ਸਿੱਖ ਅੱਜ ਪਾਤਸ਼ਾਹੀ ਦਾਵਾ ਕਰਦੇ ਹਨ ਨਾ, ਕਿ ਅਸੀਂ ਹੀ ਪਾਤਸ਼ਾਹ ਹਾਂ, ਸਾਡਾ ਹੀ ਪਾਤਸ਼ਾਹੀ ਤੇ ਦਾਵਾ ਹੈ ਸਾਡਾ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਪਾਤਸ਼ਾਹੀ ਗੁਰੂ ਨਾਨਕ ਮਹਾਰਾਜ ਜੀ ਦੀ ਚਲਾਈ ਹੋਈ ਉਹ ਸਿੱਖਾਂ ਨੂੰ ਬਖਸ਼ਿਸ਼ ਕਰਕੇ ਗਏ ਹਨ। ਇਸ ਕਰਕੇ ਸਤਿਗੁਰ ਬਖਸ਼ਿਸ਼ ਕਰਦੇ, ਦੁੱਖ ਭੂਖ ਕਬਹੂ ਨਹੀਂ ਸੰਤਾਏ। ਇਹ ਸਿੱਖਾਂ ਨੂੰ ਹਨ ਜੀ ਜਿਹੜੀ ਦੁੱਖ ਅਤੇ ਭੁੱਖਾ, ਇਹ ਤਾਂ ਬਿਲਕੁਲ ਹੀ ਨਹੀਂ ਸੰਤਾਈ। ਫਿਰ ਜਾਲ ਕਾਲ ਕੇ ਵਿੱਚ ਨਾ ਆਏ, ਤੇ ਜਾਲ ਕਾਲ, ਜਿਹੜਾ ਜਾਲ ਹੈ ਨਾ ਕਾਲ ਦਾ, ਜਮਾਂ ਦੀ ਫਾਹੀ ਹੈ, ਕੇ ਬੀਚ ਨਾ ਆਏ, ਉਹਦੇ ਵਿੱਚ ਫਿਰ ਇਹ ਸਿੱਖ ਆਉਣੋਂ ਹਟ ਗਏ। ਇਹ ਸਿੱਖ ਜਮਾਂ ਦੀ ਫਾਹੀ ਤੋਂ ਸਤਿਗੁਰਾਂ ਨੇ ਬਚਾ ਲਏ, ਸੱਚਖੰਡ ਦੇ ਅੰਦਰ ਸਿੱਖਾਂ ਨੂੰ ਨਿਵਾਸ ਬਖਸ਼ਿਸ਼ ਕੀਤਾ। ਇਹ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਆਪਣੇ ਸਿੱਖਾਂ ਉੱਤੇ ਪ੍ਰਕਾਸ਼ ਧਾਰਨ ਕਰਕੇ। ਨਾਨਕ ਅੰਗਦ ਕੋ ਬਪਤਰਾ, ਅੱਗੇ ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜਿਸ ਸਮੇਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਅੰਗਦ ਤੋਂ ਬੱਪ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੂਪ ਧਾਰਨ ਕਰ ਲਿਆ। ਇਹ ਜਗ ਮੋ ਕਰਾ, ਜਿਹੜਾ ਪ੍ਰਚਾਰ ਕੀਤਾ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਜਿਹੜਾ ਸਿੱਖੀ ਦਾ ਇਸ ਜਗਤ ਦੇ ਅੰਦਰ ਬੜਾ ਵੱਡਾ ਪ੍ਰਚਾਰ ਕੀਤਾ। ਅਮਰਦਾਸ ਪੁਨ ਨਾਮ ਕਹਾਇਓ, ਉਪਰੰਤ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਸਰੂਪ ਹੋ ਕਰਕੇ ਤੇ ਉਹਨਾਂ ਨੇ ਪ੍ਰਚਾਰ ਕੀਤਾ, ਤੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਅਮਰਦਾਸ
ਪੁੰਨ ਨਾਮ ਕਹਾਇਓ। ਫਿਰ ਉਹ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਨਾਮ ਦੇ ਨਾਲ ਇਹ ਜਾਣੇ ਜਾਣ ਲੱਗ ਪਏ, ਕਿਉਂਕਿ ਜੋਤ ਤਾਂ ਉਹੀ ਹੈ ਨਾ। ਸਤਿਗੁਰੂ ਕਹਿੰਦੇ ਕੱਲਾ ਨਾਮ ਹੀ ਸਰੀਰ ਹੀ ਬਦਲਿਆ। ਜਨ ਦੀਪਕ ਤੇ ਦੀਪ ਜਗਾਇਓ। ਜਿਸ ਪ੍ਰਕਾਰ ਨਾਲ ਇੱਕ ਦੀਵੇ ਤੋਂ ਦੂਸਰਾ ਦੀਵਾ ਜਗਾਇਆ ਜਾਂਦਾ ਹੈ, ਉਸੇ ਪ੍ਰਕਾਰ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਜੋਤ ਜਗਾ ਕਰਕੇ ਜੋਤ ਉਹਨਾਂ ਚ ਟਿਕਾਈ, ਅਤੇ ਉਪਰੰਤ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਜੋਤ ਜਗਾ ਕਰਕੇ ਤੇ ਉੱਥੇ ਫਿਰ ਆਪਣੀ ਜੋਤ ਟਿਕਾ ਲਈ। ਇੱਕੋ ਹੀ ਸਰੂਪ ਜਬ ਵਰਦਾਨ ਸਮਹਿ ਵਹੁ ਤੇ ਹੁਣ ਆਵਾ। ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਹੁਣ ਜਿਹੜਾ ਉਹ ਵਰਦਾਨ ਦਿੱਤਾ ਸੀ ਨਾ ਬੇਦੀਆਂ ਦੇ ਕੁਲ ਵਾਲਿਆਂ ਨੇ, ਜਿਹੜੇ ਸੋਢੀ ਵੰਸ਼ ਦੇ ਰਾਜਿਆਂ ਨੂੰ ਵਰਦਾਨ ਦਿੱਤਾ ਸੀ, ਉਹਨਾਂ ਨੇ ਰਾਜ ਜੋ ਉਹਨਾਂ ਨੂੰ ਭੇਟ ਕਰਤਾ ਬੇਦੀਆਂ ਨੂੰ। ਫਿਰ ਉਹਨਾਂ ਨੇ ਜਿਹੜਾ ਵਰਦਾਨ ਦਿੱਤਾ ਸੀ ਕਿ ਅਸੀਂ ਸੋਢੀ ਵੰਸ਼ ਨੂੰ ਵੀ ਨਿਵਾਜਾਂਗੇ ਜਿਸ ਸਮੇਂ ਗੁਰੂ ਨਾਨਕ ਮਹਾਰਾਜ ਜੀ ਦਾ ਰੂਪ ਧਾਰਨ ਕਰਕੇ ਤੇ ਇਸ ਕਲਯੁਗ ਦੇ ਅੰਦਰ ਆਵਾਂਗੇ। ਉਹ ਸਤਿਗੁਰੂ ਕਹਿੰਦੇ ਵੀ ਉਹ ਸਮਾਂ ਜਿਹੜਾ ਵਰਦਾਨ ਦਿੱਤਾ ਸੀ ਉਹਦਾ ਸਮਾਂ ਆ ਗਿਆ। ਰਾਮਦਾਸ ਤਬ ਗੁਰੂ ਕਹਾਵਾ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਗੁਰੂ ਰਾਮਦਾਸ ਮਹਾਰਾਜ ਸੋਢੀ ਵੰਸ਼ ਦੇ ਅੰਦਰ ਜੋ ਪ੍ਰਕਾਸ਼ ਹੋਇਆ ਉਹਨਾਂ ਦਾ, ਤੇ ਤਿਨਾਂ ਨੂੰ ਫਿਰ ਗੁਰਤਾ ਗੱਦੀ ਪ੍ਰਾਪਤ ਹੋਈ। ਤੇਹ ਵਰਦਾਨ ਪੁਰਾਤਨ ਦੀਆ। ਇਹ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਪੁਰਾਤਨ ਵਰਦਾਨ ਦਿੱਤਾ ਸੀ ਨਾ ਬੇਦੀਆਂ ਨੇ ਸੋਢੀਆਂ ਨੂੰ, ਉਹ ਅੱਜ ਹੁਣ ਬੇਦੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਨੇ ਗੁਰੂ ਰਾਮਦਾਸ ਮਹਾਰਾਜ ਸੋਢੀਆਂ ਨੂੰ ਇਹ ਬਖਸ਼ਿਸ਼ ਕਰ ਦਿੱਤੀ। ਅਮਰਦਾਸ ਸੁਰਪੁਰ ਮਗਲੀਆ। ਤੇ ਇਸ ਪ੍ਰਕਾਰ ਨਾਲ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤ ਗੱਦੀ ਦੇਣ ਤੋਂ ਉਪਰੰਤ ਅਮਰਦਾਸ ਸੁਰਪੁਰ ਮੰਗ ਲਿਆ। ਸੁਰਪੁਰ ਜਿਹੜਾ ਸੱਚਖੰਡ ਦੇ ਅੰਦਰ ਪਿਆਨਾ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ। ਸ਼੍ਰੀ ਨਾਨਕ ਅੰਗਦ ਕਰਮਾਨਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਹੁਣ ਫਰਮਾ ਰਹੇ ਹਨ, ਸ਼੍ਰੀ ਨਾਨਕ ਅੰਗਦ ਕਰਮਾਨਾ। ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ ਉਹਨਾਂ ਨੂੰ ਅਸੀਂ ਗੁਰੂ ਨਾਨਕ ਕਰਕੇ ਮੰਨਿਆ ਹੈ। ਅਮਰਦਾਸ ਅੰਗਦ ਪਹਿਚਾਨਾ। ਤੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਹਨ ਉਹਨਾਂ ਨੂੰ ਅਸੀਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਰਕੇ ਮੰਨਿਆ ਹੈ, ਪਹਿਚਾਣਿਆ ਹੈ। ਅਮਰਦਾਸ ਰਾਮਦਾਸ ਕਹਾਇਓ। ਤੇ ਫਿਰ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਹਾਉਣ ਲੱਗ ਪਏ। ਸਤਿਗੁਰੂ ਫਰਮਾਉਂਦੇ ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਇਹ ਇੱਥੇ ਸਤਿਗੁਰੂ ਇਹੀ ਫਰਮਾ ਰਹੇ ਹਨ ਕਿ ਜੋਤ ਓਹਾ ਹੀ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਹੀ ਗੁਰੂ ਰਾਮਦਾਸ ਮਹਾਰਾਜ ਤੱਕ ਚੱਲੀ ਆ ਰਹੀ ਸੀ, ਕੇਵਲ ਨਾਮ ਹੀ ਬਦਲੇ। ਸਾਧਨ ਲਖਾ ਮੂੜ ਨਹਿ ਪਾਇਓ। ਸਾਧਨ ਲਖਾ ਜਿਹੜੇ ਸਾਧ ਜਨ ਸਨ, ਜਿਹੜੇ ਸਿੱਖ ਸਨ, ਸਬੁੱਧੀ ਵਾਲੇ ਜਿਹੜੇ ਸਿੱਖ ਸਨ ਸਤਿਗੁਰਾਂ ਦੇ ਲਖਾ, ਉਹਨਾਂ ਨੇ ਫਿਰ ਇਹ ਲਖ ਲਿਆ, ਇਹ ਪਛਾਣ ਲਿਆ। ਤੇ ਮੂੜ ਨਹਿ ਪਾਇਓ। ਤੇ ਜਿਹੜੇ ਮੂਰਖ ਸਨ ਉਹਨਾਂ ਨੇ ਇਹ ਭੇਦ ਨਹੀਂ ਪਾਇਆ, ਉਹਨਾਂ ਨੇ ਇਹ ਇੱਕ ਜੋਤ ਕਰਕੇ ਸਤਿਗੁਰਾਂ ਨੂੰ ਨਹੀਂ ਜਾਣਿਆ। ਭਿੰਨ ਭਿੰਨ ਸਭ ਹੂੰ ਕਰ ਜਾਨਾ। ਭਿੰਨ ਭਿੰਨ ਸਾਰਿਆਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋ ਚਾਰ ਸਰੂਪ ਹੋਏ, ਜੋਤ ਇੱਕ ਹੀ ਸੀ, ਸਰੂਪ ਚਾਰ ਹੋਏ, ਪਰ ਇਹ ਜਿਹੜੇ ਮੂਰਖ ਹਨ ਸਾਰਿਆਂ ਨੇ ਹੀ ਭਿੰਨ ਭਿੰਨ ਕਰਕੇ ਉਹਨਾਂ ਨੂੰ ਵੱਖਰਾ ਵੱਖਰਾ ਜਾਣ ਲਿਆ ਸਤਿਗੁਰਾਂ ਨੂੰ। ਏਕ ਰੂਪ ਕਿਨਹੂ ਪਹਿਚਾਨਾ। ਤੇ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਤੱਕ ਜੋ ਚਾਰ ਸਰੂਪ ਹੋਏ, ਏਕ ਰੂਪ, ਇਹਨਾਂ ਨੂੰ ਇੱਕ ਰੂਪ ਕਰਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਜਾਣ ਕਰਕੇ ਕਿਨਹੂ ਪਹਿਚਾਨਾ, ਕਿਸੇ ਵਿਰਲੇ ਨੇ ਹੀ ਇਹ ਪਛਾਣਿਆ ਕਿ ਇਹ ਇੱਕ ਸਰੂਪ ਹੀ ਹਨ। ਜਿਨ ਜਾਨਾ ਤਿਨ ਹੀ ਸਿੱਧ ਪਾਈ। ਫਿਰ ਜਿਨ੍ਹਾਂ ਨੇ ਇਹ ਜਾਣ ਲਿਆ ਕਿ ਜਿਹੜੇ 9 ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨ ਤੇ 10 ਗੁਰੂ ਸਾਹਿਬਾਨਾਂ ਦੀ ਪ੍ਰਤੱਖ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿਨ੍ਹਾਂ ਨੇ ਇਹ ਪਛਾਣ ਲਿਆ ਤਿੰਨ ਹੀ ਸਿੱਧ ਪਾਈ, ਫਿਰ ਉਹਨਾਂ ਨੇ ਇਹ ਜਿਹੜੀ ਪ੍ਰਾਪਤੀ ਕੀਤੀ, ਕਾਮਯਾਬੀ ਉਹਨਾਂ ਦੇ ਹਾਸਲ ਹੀ ਹੋਈ, ਉਹਨਾਂ ਨੂੰ ਪ੍ਰਾਪਤ ਹੋਈ। ਬਿਨ ਸਮਝੇ ਸਿੱਧ ਹਾਥ ਨਾ ਆਈ। ਬਿਨ ਸਮਝੇ, ਤੇ ਜਿਹੜੇ ਨਹੀਂ ਨਾ ਸਮਝ ਪਈ ਜਿਨ੍ਹਾਂ ਨੂੰ, ਜਿਹੜੇ ਇਹੀ ਸਮਝਦੇ ਰਹੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਵੱਖਰੇ ਸਨ, ਗੁਰੂ ਅੰਗਦ ਦੇਵ ਮਹਾਰਾਜ ਵੱਖਰੇ, ਇਸੇ ਪ੍ਰਕਾਰ ਨਾਲ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਤੇ ਵੀ 10 ਗੁਰੂ ਸਾਹਿਬਾਨਾਂ ਨਾਲੋਂ ਵੱਖਰੇ ਹਨ। ਉਹਨਾਂ ਨੇ ਜਿਨ੍ਹਾਂ ਨੇ ਇਸ ਪ੍ਰਕਾਰ ਨਾਲ ਸਮਝਿਆ ਤੇ ਉਹਨਾਂ ਦੇ ਫਿਰ ਸਿੱਧ ਹਾਥ ਨਾ ਆਈ, ਉਹਨਾਂ ਦੇ ਹੱਥ ਕੋਈ ਕਾਮਯਾਬੀ, ਇਸ ਪ੍ਰਕਾਰ ਸਿੱਧ ਜੋ ਮੁਕਤੀ ਉਹਨਾਂ ਦੇ ਹੱਥ ਨਹੀਂ ਆਈ। ਸਤਿਗੁਰੂ ਫਰਮਾਉਂਦੇ ਕਿ ਜਿਨ੍ਹਾਂ ਨੇ ਇੱਕ ਰੂਪ ਕਰਕੇ 11 ਗੁਰੂ ਸਾਹਿਬਾਨ ਹੁਣ ਤੱਕ ਜੋ 11ਵੇਂ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਨੂੰ ਇੱਕ ਸਰੂਪ ਧੰਨ ਗੁਰੂ ਨਾਨਕ ਦੇਵ ਕਰਕੇ ਹੀ ਜਾਣਿਆ ਹੈ, ਜਿਨ੍ਹਾਂ ਨੇ ਉਹਨਾਂ ਨੇ ਸਿੱਧ ਜੋ ਹੈ ਪ੍ਰਾਪਤੀ ਕੀਤੀ, ਉਹਨਾਂ ਨੂੰ ਮੁਕਤੀ ਪ੍ਰਾਪਤ ਹੋਈ। ਰਾਮਦਾਸ ਹਰ ਸੋ ਮਿਲ ਗਏ। ਫਿਰ ਇਸ ਪ੍ਰਕਾਰ ਅੱਗੇ ਸਤਿਗੁਰੂ ਫਰਮਾਉਂਦੇ ਹਨ, ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਹਰ ਸੋ ਮਿਲ ਗਏ।
ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਕਿ ਉਹ ਪਰਮੇਸ਼ਰ ਦੇ ਵਿੱਚ ਜਿਸ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਮਿਲ ਗਏ, ਗੁਰਤਾ ਦੇ ਤਰ ਜਨ ਹੈ ਭਏ। ਗੁਰਤਾ ਦੇਤ ਜਿਹੜੀ ਗੁਰਤਾ ਗੱਦੀ ਸੀ, ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਇਹ ਬਖਸ਼ਿਸ਼ ਕਰਕੇ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਸ਼ਹੀਦੀਆਂ ਦਾ ਮੁੱਢ ਬੰਨ੍ਹ ਦਿੱਤਾ, ਜਿਨ੍ਹਾਂ ਨੇ ਸਿੱਖਾਂ ਦੇ ਅੰਦਰ ਸ਼ਹੀਦ ਹੋਣ ਦੀ ਜੋ ਪਿਰਤ ਪਾ ਦਿੱਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਐਸੇ ਸਨ ਤਿਨਾਂ ਨੂੰ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦੇ ਗਏ। ਜਬ ਅਰਜਨ ਪ੍ਰਭ ਲੋਕ ਸਿਧਾਏ। ਇਸੇ ਪ੍ਰਕਾਰ ਨਾਲ ਜਿਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਹੋਈ, ਉਹ ਸੱਚਖੰਡ ਵਿਖੇ ਜਿਸ ਸਮੇਂ ਉਹਨਾਂ ਨੇ ਪਿਆਨਾ ਕੀਤਾ, ਹਰ ਗੋਬਿੰਦ ਤੇ ਠਾਂ ਠਹਿਰਾਏ। ਉਹਨਾਂ ਦੀ ਥਾਂ ਤੇ ਫਿਰ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਨ, ਉਹ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ। ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਉਪਰੰਤ ਹਰ ਗੋਬਿੰਦ ਪ੍ਰਭ ਲੋਕ ਸਿਧਾਰੇ। ਜਿਸ ਸਮੇਂ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਖੰਡ ਪਿਆਨਾ ਕਰ ਗਏ, ਹਰ ਰਾਏ ਤੇ ਠਾਂ ਬੈਠਾਰੇ। ਹਰ ਰਾਏ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੋ ਧੰਨ ਬਾਬਾ ਜੋ ਗੁਰਦਿੱਤਾ ਜੀ ਸਨ, ਇਹਨਾਂ ਦੇ ਛੋਟੇ ਸੁਪੁੱਤਰ ਸਨ ਬਾਬਾ ਹਰ ਰਾਏ, ਸ੍ਰੀ ਗੁਰੂ ਹਰ ਰਾਏ ਸਾਹਿਬ। ਇਹ ਫਿਰ ਸਤਿਗੁਰੂ ਫਰਮਾਉਂਦੇ ਵੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ। ਇਹ ਜੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਨ, ਇਹ ਦਾਦਾ ਜੀ ਲੱਗਦੇ ਸਨ ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ। ਇਸ ਪ੍ਰਕਾਰ ਨਾਲ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਜੋ ਅੱਗੇ ਗੁਰਤਾ ਗੱਦੀ ਸੀ, ਉਹ ਆਪਣੇ ਪੋਤਰੇ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀਆਂ ਨੂੰ ਦੇਣਾ ਕੀਤੀ। ਹਰ ਕ੍ਰਿਸ਼ਨ ਤਿਨਕੇ ਸੁਤਵਏ। ਤੇ ਅੱਗੇ ਫਿਰ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀਆਂ ਦੇ ਸੁੱਤ ਜੋ ਸਾਹਿਬਜ਼ਾਦੇ ਹੋਏ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਉਹ ਫਿਰ ਗੁਰਤਾ ਗੱਦੀ ਉੱਪਰ ਸੁਭਾਇਮਾਨ ਹੋਏ। ਤਿੰਨ ਤੇ ਤੇਗ ਬਹਾਦਰ ਭਏ। ਇਹਨਾਂ ਤੋਂ ਉਪਰੰਤ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਗੁਰਤਾ ਗੱਦੀ ਪ੍ਰਾਪਤ ਕੀਤੀ। ਇਸ ਪ੍ਰਕਾਰ ਪਹਿਲਾਂ ਦਾਦੇ ਤੋਂ ਪੋਤੇ ਵੱਲ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੋਤਰੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਤੇ ਉਪਰੰਤ ਫਿਰ ਪੋਤਰੇ ਤੋਂ ਦਾਦੇ ਵੱਲ ਨੂੰ ਗੁਰਤਾ ਗੱਦੀ ਗਈ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜੋ ਦਾਦਾ ਜੀ ਲੱਗਦੇ ਸਨ ਰਿਸ਼ਤੇ ਦੇ ਅੰਦਰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਕਿਉਂਕਿ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਜੋ ਦਾਦਾ ਜੀ ਸਨ, ਉਹ ਬਾਬਾ ਗੁਰਦਿੱਤਾ ਜੀ, ਤੇ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਗੁਰਦਿੱਤਾ ਜੀ ਦੇ ਭਰਾ ਸਨ। ਇਸ ਪ੍ਰਕਾਰ ਦਾਦਾ ਜੀ ਦੇ ਭਰਾ, ਸੋ ਦਾਦਾ ਜੀ ਰਿਸ਼ਤੇ ਅੰਦਰ ਲੱਗੇ, ਤੇ ਫਿਰ ਦਾਦੇ ਨੂੰ ਜਿਹੜੀ ਗੁਰਤਾ ਗੱਦੀ ਦੇ ਦਿੱਤੀ। ਤਿਲਕ ਜਮੂ ਰਾਖਾ ਪ੍ਰਭ ਤਾਕਾ। ਤਿਲਕ ਜੰਨੂ ਰਾਖਾ ਪ੍ਰਭ ਤਾਕਾ। ਤੇ ਇੱਥੇ ਹੁਣ ਸਤਿਗੁਰੂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੋ ਸ਼ਹੀਦੀ ਹੈ ਨਾ, ਉਸ ਦਾ ਪ੍ਰਸੰਗ ਇੱਥੇ ਸਤਿਗੁਰੂ ਬਖਸ਼ਿਸ਼ ਕਰ ਰਹੇ ਹਨ। ਤੇ ਜਿਸ ਸਮੇਂ ਜੋ ਕਸ਼ਮੀਰੀ ਪੰਡਿਤ ਆਏ ਸਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸ, ਆਣ ਕਰਕੇ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਸਾਡਾ ਧਰਮ ਨਹੀਂ ਬਚ ਰਿਹਾ, ਜੋ ਔਰੰਗਜ਼ੇਬ ਸਾਡਾ ਧਰਮ ਖਤਮ ਕਰਨ ਤੇ ਲੱਗਾ ਹੋਇਆ ਹੈ, ਉਹ ਮੁਸਲਮਾਨ ਬਣਾ ਰਿਹਾ ਹੈ। ਇਹ ਸਤਿਗੁਰਾਂ ਪਾਸ ਆਣ ਕਰਕੇ ਉਹਨਾਂ ਨੇ ਬੇਨਤੀ ਕੀਤੀ ਸੀ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਉਸ ਸਮੇਂ ਉੱਥੇ ਹੀ ਸਨ। ਉਹਨਾਂ ਨੇ ਜੋ ਇਸ ਸਮੇਂ ਪੁੱਛਣਾ ਕੀਤਾ ਪਿਤਾ ਸਤਿਗੁਰਾਂ ਨੂੰ ਕਿ ਕੀ ਕਾਰਨ ਹੈ, ਇਹ ਬੜੇ ਸੋਗ ਅੰਦਰ ਬੈਠੇ ਹਨ ਕਸ਼ਮੀਰੀ ਪੰਡਿਤ। ਸਤਿਗੁਰਾਂ ਨੇ ਫਰਮਾਇਆ ਕਿ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਕੋਈ ਦੇਵ ਪੁਰਸ਼, ਕੋਈ ਮਹਾਤਮਾ ਰੂਹ ਜਿਹੜੀ ਹੈ, ਉਹ ਆਪਣਾ ਖੂਨ ਡੋਲੇ, ਸ਼ਹੀਦੀ ਦਵੇ, ਫਿਰ ਇਹਨਾਂ ਦਾ ਧਰਮ ਬਚ ਸਕਦਾ ਹੈ, ਕੋਈ ਮਹਾਂਪੁਰਖ ਹੋਵੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਝੱਟ ਦਿਨੇ ਜਵਾਬ ਦੇਣਾ ਕੀਤਾ ਕਿ ਪਿਤਾ ਸਤਿਗੁਰੂ, ਤੁਹਾਡੇ ਨਾਲੋਂ ਵੱਡੀ ਰੂਹ ਜਿਹੜੀ ਹੈ ਉਹ ਕੌਣ ਹੈ? ਤੁਹਾਡੇ ਨਾਲੋਂ ਵੱਡਾ ਮਹਾਂਪੁਰਖ ਹੋਰ ਕੌਣ ਹੋ ਸਕਦਾ ਹੈ? ਇਸ ਪ੍ਰਕਾਰ ਨਾਲ ਜੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਫਿਰ ਆਪਣਾ ਸੀਸ ਜਿਹੜਾ ਸੀ ਦੇਣਾ ਕੀਤਾ। ਇਹਨਾਂ ਦਾ ਤਿਲਕ ਜੰਜੂ, ਤਿਲਕ ਅਤੇ ਜੰਜੂ ਦੀ ਰਾਖੀ ਕਰਨ ਵਾਸਤੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਪ੍ਰਕਾਰ ਤਿਲਕ ਤੇ ਜੰਜੂ ਦੇ ਰਾਖੇ ਬਣੇ। ਤਾਕਾ ਜਿਹੜੇ ਹਿੰਦੂ ਮਤ ਦੇ ਲੋਕ ਸਨ, ਕਸ਼ਮੀਰੀ ਪੰਡਤ ਸਨ, ਉਹਨਾਂ ਦਾ ਫਿਰ ਰਾਖਾ ਜੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਣੇ। ਕੀਨੋ ਬੜੋ ਕਲਹੁ ਮਹਿ ਸਾਕਾ। ਸਾਕਾ ਹੁੰਦਾ ਹੈ ਜਿਹੜਾ ਧਰਮ ਦੇ ਵਾਸਤੇ ਕੋਈ ਸੀਸ ਦਵੇ, ਸ਼ਹੀਦੀ ਪ੍ਰਾਪਤ ਕਰੇ, ਉਹਨੂੰ ਸਾਕਾ ਕਿਹਾ ਜਾਂਦਾ ਹੈ। ਕਲੂ ਮਹਿ ਕਲਯੁਗ ਦੇ ਅੰਦਰ ਕੀਨੋ ਵੱਡੋ, ਜਿਹੜਾ ਵੱਡਾ ਜਿਹੜਾ ਵਰਤਾਰਾ ਸਤਿਗੁਰਾਂ ਨੇ ਇਹ ਚਾਂਦਨੀ ਚੌਂਕ ਦੇ ਅੰਦਰ ਵਰਤਾਇਆ ਕਲਯੁਗ ਦੇ ਅੰਦਰ। ਸਾਧਨ ਹੇਤ ਇਤ ਜਿਨ ਕਰੀ। ਸਾਧਨ ਜਿਹੜੇ ਸਾਧ ਪੁਰਸ਼ ਸਨ, ਜਿਹੜੇ ਆਪਣੇ ਧਰਮ ਦੇ ਅੰਦਰ ਪੱਕੇ ਸਨ, ਜੇ ਇਸ ਪ੍ਰਕਾਰ ਜਿਹੜੇ ਹਿੰਦੂ ਸਨ ਉਹ ਆਪਣੇ ਧਰਮ ਨੂੰ ਪ੍ਰੇਮ ਕਰਦੇ ਸਨ। ਸਾਧਨ ਹੇਤ ਉਹਨਾਂ ਦੇ ਹੇਤ, ਉਹਨਾਂ ਦੇ ਵਾਸਤੇ ਇਤੀ ਜਨ ਕਰ ਹੀ, ਇਤਨੀ ਹੱਦ ਕਰ ਦਿੱਤੀ ਪਰਮੇਸ਼ਰ ਨੇ, ਇਤਨੀ ਸਿਖਰ ਦੀ ਜੋ ਸ਼ਹੀਦੀ ਪ੍ਰਾਪਤ ਕੀਤੀ। ਸੀਸ ਦਿਆ ਪਰ ਸੀਨਾ ਉਚਰੀ। ਸੀਸ ਦਿਆ
ਆਪਣਾ ਸੀਸ ਤਾਂ ਦੇ ਦਿੱਤਾ, ਸਿਰ ਤਾਂ ਕਲਮ ਕਰਾ ਲਿਆ, ਪਰ ਸੀ ਨਾ ਉਚਰੀ, ਮੁਖੋਂ ਸੀ ਨਹੀਂ ਉਚਾਰੀ। ਬਿਲਕੁਲ ਵੀ ਇਤਰਾਜ਼ ਨਹੀਂ ਮਨ ਦੇ ਅੰਦਰ ਕੀਤਾ, ਬਿਲਕੁਲ ਵੀ ਰੋਸ ਨਹੀਂ ਕੀਤਾ, ਦਰਦ ਨਹੀਂ ਮਨਾਇਆ। ਐਸੇ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਨ, ਤਿਲਕ ਜੰਝੂ ਦੀ ਰਾਖੀ ਕਰਨ ਵਾਸਤੇ ਚਾਂਦਨੀ ਚੌਂਕ ਦੇ ਅੰਦਰ ਆਪਣਾ ਜਿਹੜਾ ਸੀਸ ਦੇਣਾ ਕਰ ਦਿੱਤਾ, ਪਰ ਸੀ ਨਹੀਂ ਕੀਤੀ। ਧਰਮ ਹੇਤ ਸਾਕਾ ਜਿਨ ਕੀਆ, ਧਰਮ ਹੇਤ, ਧਰਮ ਨੂੰ ਬਚਾਉਣ ਵਾਸਤੇ, ਧਰਮ ਦੀ ਖਾਤਰ ਇਹ ਜਿਹੜਾ ਸਾਕਾ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਰਨਾ ਕੀਤਾ। ਸੀਸ ਦਿਆ ਪਰ ਸਿਰ ਨਾ ਦਿਆ, ਸੀਸ ਦਿਆ, ਆਪਣਾ ਸਿਰ ਤਾਂ ਕਟਾ ਦਿੱਤਾ, ਪਰ ਸਿਰ ਨਾ ਦਿਆ। ਜੋ ਜਿਹੜੀ ਦ੍ਰਿੜਤਾ, ਜੋ ਨਿਸ਼ਚਾ, ਜਿਹੜਾ ਸਿਦਕ ਸੀ ਸਤਿਗੁਰਾਂ ਦਾ, ਉਹ ਸਤਿਗੁਰਾਂ ਨੇ ਨਹੀਂ ਛੱਡਿਆ ਆਪਣਾ। ਕਿਉਂਕਿ ਸਾਧ ਸੰਗਤ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਨਾ, ਉਹ ਸਤਿਗੁਰਾਂ ਨੂੰ ਜਿਸ ਸਮੇਂ ਪੇਸ਼ ਕੀਤਾ ਗਿਆ ਉਹਨਾਂ ਦੇ ਅੱਗੇ, ਉਸ ਦੇ ਅੱਗੇ, ਤਾਂ ਉਸ ਨੇ ਫਿਰ 3 ਗੱਲਾਂ ਸਤਿਗੁਰਾਂ ਅੱਗੇ ਰੱਖੀਆਂ ਸਨ। ਉਹ ਕਹਿਣ ਲੱਗਾ ਕਿ ਜਾਂ ਤਾਂ ਮੁਸਲਮਾਨ ਬਣ ਜਾਵੋ, ਕਿਉਂਕਿ ਇਹ ਸਤਿਗੁਰਾਂ ਦੇ ਮੁਸਲਮਾਨ ਬਣਨ ਦੇ ਨਾਲ ਜਿਹੜਾ ਸਾਰਾ ਹਿੰਦੂ ਸਮਾਜ ਸੀ ਉਹ ਵੀ ਮੁਸਲਮਾਨ ਬਣ ਜਾਵੇਗਾ। ਕਿਉਂਕਿ ਸਤਿਗੁਰਾਂ ਨੇ ਫਿਰ ਉਹਨਾਂ ਨੂੰ ਧਰਵਾਸ ਜੋ ਦਿੱਤਾ ਸੀ ਕਿ ਅਸੀਂ ਤੁਹਾਡਾ ਜਿਹੜਾ ਧਰਮ ਬਚਾਵਾਂਗੇ। ਇਹ ਕਹਿਣ ਲੱਗਾ ਕਿ ਹੁਣ ਤੁਸੀਂ ਜਾਂ ਤਾਂ ਮੁਸਲਮਾਨ ਬਣ ਜਾਓ ਤੇ ਜਾਂ ਸਾਨੂੰ ਕਰਾਮਾਤ ਦਿਖਾਓ, ਨਹੀਂ ਤਾਂ ਤੁਹਾਡਾ ਜਿਹੜਾ ਸਿਰ ਹੈ ਉਹ ਕਲਮ ਕਰ ਦਿੱਤਾ ਜਾਵੇਗਾ, ਤੁਹਾਡਾ ਕਤਲ ਕਰ ਦਿੱਤਾ ਜਾਵੇਗਾ। ਇਹ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ। ਫਿਰ ਸਤਿਗੁਰਾਂ ਨੇ ਅੱਗੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਜਿਹੜੀ ਗੱਲ ਹੈ ਮੁਸਲਮਾਨ ਬਣਨ ਦੀ, ਕਿ ਇਹ ਮੁਸਲਮਾਨ ਧਰਮ ਅਪਣਾਉਣ ਦੇ ਨਾਲ ਮੌਤ ਨਹੀਂ ਆਵੇਗੀ, ਮੌਤ ਤਾਂ ਹਰ ਪ੍ਰਕਾਰ ਦੇ ਨਾਲ ਹੀ ਆਵੇਗੀ, ਪਰ ਸਾਨੂੰ ਜਿਹੜਾ ਧਰਮ, ਜਿਹੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਰਾਜ ਦੇ ਕਰਕੇ ਗਏ ਹਨ, ਅਸੀਂ ਉਸ ਤੇ ਦ੍ਰਿੜ ਨਿਸ਼ਚੇ ਦੇ ਨਾਲ ਰਹਾਂਗੇ। ਅਸੀਂ ਬਿਲਕੁਲ ਵੀ ਉਸ ਨੂੰ ਨਹੀਂ ਛੱਡਾਂਗੇ, ਸਾਨੂੰ ਉਹ ਧਰਮ ਪਿਆਰਾ ਹੈ। ਧਰਮ ਸਤਿਗੁਰਾਂ ਨੇ ਗੁਰਬਾਣੀ ਅੰਦਰ ਵੀ ਤਾਂ ਆਖਿਆ ਹੈ ਨਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾਏ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਧਰਮ ਸਾਰੇ ਹੀ ਖੂਬ ਪਵਿੱਤਰ, ਪਰ ਧੱਕੇ ਦੇ ਨਾਲ ਜੇਕਰ ਕੋਈ ਕਹੇ ਕਿ ਤੁਸੀਂ ਧਰਮ ਬਦਲ ਲਵੋ ਤਾਂ ਇਹ ਨਹੀਂ ਹੋ ਸਕਦਾ। ਸਤਿਗੁਰਾਂ ਨੇ ਜਵਾਬ ਦਿੱਤਾ ਉੱਥੇ ਕਿ ਅਸੀਂ ਇਸ ਮੁਸਲਮਾਨ ਧਰਮ ਨੂੰ ਨਹੀਂ ਅਪਣਾਵਾਂਗੇ। ਉਪਰੰਤ ਕਹਿੰਦਾ ਫਿਰ ਕਰਾਮਾਤ ਦਿਖਾਓ, ਤੇ ਅੱਗੇ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਨਾਟਕ, ਨਾਟਕ ਚੇਟਕ ਕੀਏ ਕੁਕਾਜਾ, ਜਿਹੜੇ ਨਾਟਕ ਚੇਟਕ ਤੇ ਕੁਕਾਜ ਕਰਨੇ ਹਨ ਨਾ, ਕਰਾਮਾਤ ਦਿਖਾਉਣੀ ਹੈ, ਉੱਥੇ ਫਿਰ ਸਤਿਗੁਰਾਂ ਨੇ ਕਿਹਾ ਕਿ ਕਰਾਮਾਤ ਕਹਿਰ ਦਾ ਨਾਮ ਹੈ, ਇਹ ਅਸੀਂ ਕਰਾਮਾਤ ਨਹੀਂ ਦਿਖਾ ਸਕਦੇ, ਸਾਨੂੰ ਜਿਹੜਾ ਸੀਸ ਕਤਲ ਕਰਾਉਣਾ ਪ੍ਰਵਾਨ ਹੈ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਫਿਰ ਸਿੱਖਾਂ ਨੇ ਅਤੇ ਲੋਕਾਂ ਨੇ ਇਹ ਕਹਿਣਾ ਕੀਤਾ ਕਿ ਜੇਕਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਕਰਾਮਾਤ ਦਿਖਾ ਹੀ ਦਿੰਦੇ, ਮਹਾਰਾਜ ਕੋ ਤਾਂ ਸੀ ਕਰਾਮਾਤਾਂ ਦਿਖਾ ਦਿੰਦੇ, ਤਾਂ ਉਸ ਸਮੇਂ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਵੀ ਸਤਿਗੁਰਾਂ ਦਾ ਮਰੀਦ ਬਣ ਜਾਣਾ ਸੀ, ਤੇ ਇਸ ਪ੍ਰਕਾਰ ਨਾਲ ਸਿੱਖੀ ਹੋਰ ਵਧਣੀ ਸੀ, ਸਤਿਗੁਰਾਂ ਦੀ ਸ਼ਹੀਦੀ ਮਿਲਣੀ ਸੀ ਹੋਣੀ। ਫਿਰ ਇੱਥੇ ਸਤਿਗੁਰਾਂ ਨੇ ਇਹ ਜਵਾਬ ਦੇਣਾ ਕੀਤਾ ਕਿ ਨਾਟਕ ਚੇਟਕ ਕੀਏ ਕੁਕਾਜਾ, ਜਿਹੜੇ ਨਾਟਕ ਕਰਨੇ ਅਤੇ ਚੇਟਕ ਜਿਹੜੇ ਜਾਦੂ ਮੰਤਰ ਕਰਨੇ, ਇਸ ਪ੍ਰਕਾਰ ਕਰਾਮਾਤਾਂ ਦਿਖਾਉਣੀਆਂ, ਕੀਏ ਕੁਕਾਜਾ, ਇਹ ਕੁਕਾਜ ਹਨ, ਇਹ ਸ਼ੋਭਾ ਨਹੀਂ ਦਿੰਦੇ, ਇਹ ਚੰਗੇ ਕਾਰਜ ਨਹੀਂ ਹਨ, ਇਹ ਕਰਾਮਾਤ ਕਹਿਰ ਦਾ ਨਾਮ ਹੈ। ਪ੍ਰਭ ਲੋਗਨ ਕਹਿ ਆਵਤ ਲਾਜਾ, ਜਿਹੜੀਆਂ ਕਰਾਮਾਤ ਨਾਟਕ ਚੇਟਕ ਕਰਨੇ ਹਨ, ਇਹ ਪ੍ਰਭ ਲੋਗਨ ਕਹਿ, ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਹਨ ਨਾ, ਪ੍ਰਭੂ ਦੇ ਪਰਮੇਸ਼ਰ ਦੇ ਲੋਕ, ਉਹਨਾਂ ਨੂੰ ਲਾਜਾ, ਫਿਰ ਇਹ ਲੱਜਿਆ ਮੰਨਦੇ ਹਨ। ਇਹ ਕਰਾਮਾਤਾਂ ਦਿਖਾਉਣ ਦੇ ਅੰਦਰ ਉਹ ਨਹੀਂ ਦਿਖਾਉਂਦੇ। ਦੋਹਰਾ ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਭਿਆਨ। ਸਤਿਗੁਰੂ ਹੁਣ ਫਰਮਾਉਂਦੇ ਦਲੀਸ ਸਿਰ, ਦਿੱਲੀ ਦੇ ਸਿਰ ਦੇ ਉੱਪਰ, ਜਿਹੜਾ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ, ਉਹਦੇ ਸਿਰ ਦੇ ਉੱਪਰ ਜਿਹੜਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਸੀਸ ਦਾ ਜਿਹੜਾ ਠੀਕਰਾ ਸੀ ਉਹ ਫੋੜਨਾ ਕੀਤਾ। ਪ੍ਰਭਪੁਰ ਕੀਆ ਭਿਆਨ, ਤੇ ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਭਪੁਰ ਸੱਚਖੰਡ ਪਿਆਨਾ ਕਰ ਗਏ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵਰਗੀ ਕਿਰਿਆ ਜਿਹੜੀ ਉਹ ਕਰ ਗਏ। ਸਤਿਗੁਰੂਆਂ ਦੇ ਸਤਿਗੁਰੂ ਜਿਹੜੀ ਸ਼ਹੀਦੀ ਦੇ ਗਏ, ਐਸੀ ਜਿਹੜੀ ਸ਼ਹੀਦੀ ਧਰਮ ਦੇ ਵਾਸਤੇ ਕਰੀ ਨਾ ਕਿਨਹੂ ਆਣ, ਕਿਸੇ ਹੋਰ ਨੇ ਐਸੀ ਕਿਰਿਆ ਨਹੀਂ ਕੀਤੀ ਜਗਤ ਦੇ ਅੰਦਰ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਤੇਗ ਬਹਾਦਰ ਕੇ ਚਲਤ, ਸਤਿਗੁਰਾਂ ਦੇ ਸੱਚਖੰਡ ਪਿਆਨਾ ਕਰਨ ਦੇ ਨਾਲ, ਸਤਿਗੁਰਾਂ ਦੇ ਜਾਣ ਦੇ ਨਾਲ ਭਇਓ ਜਗਤ ਕੋ ਸੋਕ, ਜਗਤ ਦੇ ਅੰਦਰ ਫਿਰ ਇਹ ਸੋਗ ਦਾ ਮਾਹੌਲ ਬਣ ਗਿਆ। ਕਿਉਂਕਿ ਸਾਧ ਸੰਗਤ ਜਿਹੜੇ ਸਿੱਖ ਸਨ ਉਹਨਾਂ ਵਿੱਚ ਵੀ ਸੋਗ ਫੈਲਿਆ, ਜਿਹੜੇ ਹਿੰਦੂ ਸਨ, ਜਿਹੜੇ ਸਤਿਗੁਰਾਂ ਨੇ ਜਿਨ੍ਹਾਂ ਦੀ ਰਖਵਾਲੀ ਕਰਨ ਵਾਸਤੇ ਆਪਣਾ ਸੀਸ ਦਿੱਤਾ, ਉਹਨਾਂ ਵਿੱਚ ਵੀ ਸੋਗ ਹੋਇਆ, ਤੇ ਜਿਹੜੇ ਸੱਚੇ ਮੁਸਲਮਾਨ ਸਨ ਉਹਨਾਂ ਵਿੱਚ ਵੀ ਇਹ ਸੋਗ ਹੋਇਆ ਕਿ ਇਹ ਬੜਾ ਗਲਤ, ਇਹ ਬੜਾ ਉਪਦਰਵ ਪਾਪ ਹੋਇਆ ਹੈ। ਇਸ ਪ੍ਰਕਾਰ ਭਇਓ ਜਗਤ ਕੋ ਸੋਕ, ਸਾਰੇ ਜਗਤ ਦੇ ਅੰਦਰ ਇਹ ਜੋ ਸੋਗ ਹੋਇਆ ਹੈ
ਹੈ ਸਭ ਜਗ ਭਇਓ। ਹੈ ਹਾਹਾਕਾਰ ਸਾਰੇ ਜਗਤ ਦੇ ਅੰਦਰ ਸਾਰੇ ਜੀਵਾਂ ਦੇ ਮੂੰਹੋਂ ਹਾ ਨਿਕਲਣ ਲੱਗ ਪਈ, ਹਾਏ ਹਾਏ ਹੋਈ ਕਿ ਸਤਿਗੁਰਾਂ ਨੇ ਇਤਨਾ ਵੱਡੀ ਇਹ ਕਰਾਮਾਤ, ਇਤਨੀ ਵੱਡੀ ਜੋ ਸ਼ਹੀਦੀ ਸਤਿਗੁਰਾਂ ਨੇ ਦਿੱਤੀ ਹੈ। ਜੈ 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 ਸੁਰਲੋਕ। ਅਤੇ ਸੁਰ ਲੋਕ ਜਿਹੜੇ ਸੁਰ ਲੋਕ ਹਨ, ਜਿਹੜੇ ਸੱਚਖੰਡ ਦੇ ਅੰਦਰ ਸਤਿਗੁਰਾਂ ਦੀ ਫਿਰ ਜੈ ਜੈਕਾਰ ਹੋਈ। ਇਸ ਪ੍ਰਕਾਰ ਜਿਹੜੇ ਸਿੱਖ ਸਨ ਉਹਨਾਂ ਨੇ ਵੀ ਸਤਿਗੁਰਾਂ ਦੀ ਜੈ ਜੈਕਾਰ ਕੀਤੀ। ਜੈ 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 ਸੁਰ ਲੋਕ, ਇਸ ਪ੍ਰਕਾਰ ਸਤਿਗੁਰਾਂ ਦੀ ਫਿਰ ਜੈ ਜੈਕਾਰ ਹੋਈ ਕਿ ਸਤਿਗੁਰਾਂ ਨੇ ਹਿੰਦੂਆਂ ਦਾ ਜਿਹੜਾ ਤਿਲਕ ਜੰਜੂ ਦੀ ਰਖਵਾਲੀ ਵਾਸਤੇ ਆਪਣਾ ਜਿਹੜਾ ਹੈ ਬਲੀਦਾਨ ਦੇ ਦਿੱਤਾ। ਇੱਥੇ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਪਾਤਸ਼ਾਹੀ ਵਰਣਨੰ ਪਾਠ ਪੰਚਮੋ ਅਧਿਆਏ ਸਮਾਪਤ ਮਸਤ ਸ਼ੁਭ ਮਸਤ ਅਫਜੂ। ਇੱਥੇ ਜਿਹੜਾ ਪ੍ਰਸੰਗ ਬਚਿੱਤਰ ਨਾਟਕ ਦੇ ਅੰਦਰ ਪਾਤਸ਼ਾਹੀ ਵਰਣਨੰ, ਜਿਹੜੀ ਪਾਤਸ਼ਾਹੀ ਧੰਨ ਗੁਰੂ ਨਾਨਕ ਮਹਾਰਾਜ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ ਚੱਲੀ, ਉਸ ਦਾ ਵਰਣਨ ਇੱਥੇ ਸਤਿਗੁਰਾਂ ਨੇ ਕੀਤਾ। ਇੱਥੇ ਪੰਜਵਾਂ ਅਧਿਆਏ ਸੰਪੂਰਨ ਹੋਇਆ। ਅੱਜ ਇਹ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ ਕਿ ਜਿਹੜਾ ਸੋਢੀਆਂ ਨੇ ਫਿਰ ਬੇਦੀ ਕੁੱਲ ਦੇ ਜਿਹੜੇ ਬੇਦੀ ਉੱਥੋਂ ਕਾਸ਼ੀ ਤੋਂ ਵੇਦ ਪੜ੍ਹ ਕੇ ਬੇਦੀ ਕਹਾਉਣ ਲੱਗ ਪਏ, ਉਹਨਾਂ ਨੂੰ ਰਾਜ ਦਿੱਤਾ। ਸਮਾਂ ਪਾ ਕੇ ਉਹਨਾਂ ਦਾ ਰਾਜ ਵੀ ਖੁੱਸ ਗਿਆ ਉਹਨਾਂ ਦੇ ਹੱਥੋਂ। ਇਹਨਾਂ ਦੇ ਕੋਲ ਫਿਰ 20 ਪਿੰਡ ਹੀ ਰਹਿ ਗਏ, ਉੱਥੇ ਇੱਕ ਕਰਸਾਣੀ ਕਰਨ ਲੱਗ ਪਏ। ਫਿਰ ਇਸ ਪ੍ਰਕਾਰ ਇਹਨਾਂ ਦੇ 3 ਬੇਦੀਆਂ ਕੀ ਖੁੱਲ ਵਿਖੇ ਪ੍ਰਗਟੇ ਨਾਨਕ ਰਾਏ, ਉੱਥੇ ਧੰਨ ਗੁਰੂ ਨਾਨਕ ਮਹਾਰਾਜ ਸਾਹਿਬ ਦੇ ਜਾ ਪ੍ਰਕਾਸ਼ ਹੋਇਆ। ਉਸ ਤੋਂ ਉਪਰੰਤ ਫਿਰ ਕਿਵੇਂ ਸਤਿਗੁਰਾਂ ਨੇ ਜਿਹੜੀ ਗੁਰਤਾ ਗੱਦੀ ਇਹ 9 ਗੁਰੂ ਸਾਹਿਬਾਨਾਂ ਤੱਕ ਚੱਲਦੀ ਆਈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੋ ਸੋਢੀ ਕੁੱਲ ਦੇ ਹੋਏ, ਫਿਰ ਇਸ ਪ੍ਰਕਾਰ ਸੋਢੀ ਵੰਸ਼ ਦੇ ਅੰਦਰ ਇਹ ਗੁਰਤਾ ਗੱਦੀ ਪ੍ਰਵੇਸ਼ ਹੋਈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੱਕ ਚੱਲੀ ਸੋਢੀ ਵੰਸ਼ ਦੇ ਅੰਦਰ। ਤੇ ਫਿਰ 10 ਗੁਰੂ ਸਾਹਿਬਾਨਾਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਉਹ ਜੋਤ ਜਿਹੜੀ ਹੈ ਉਹ ਸਮਾਈ। ਇਸ ਪ੍ਰਕਾਰ ਨਾਲ ਇਸ ਸਤਿਗੁਰਾਂ ਦੀ ਸ਼ਹੀਦੀ ਬਾਬਤ ਵੀ ਇੱਥੇ ਸਤਿਗੁਰਾਂ ਨੇ ਬਚਨ ਕੀਤੇ ਕਿ ਕਿਸ ਪ੍ਰਕਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਸੀਸ ਦਾ ਬਲੀਦਾਨ ਦੇ ਦਿੱਤਾ ਤਿਲਕ ਜੰਜੂ ਦੀ ਰਾਖੀ ਵਾਸਤੇ। ਇਹ ਸਤਿਗੁਰਾਂ ਨੇ ਅੱਜ ਦੇ ਇਸ ਚੌਥੇ ਅਤੇ ਪੰਜਵੇਂ ਅਧਿਆਏ ਦੇ ਅੰਦਰ ਬਖਸ਼ਿਸ਼ ਕੀਤੀ। ਸੋ ਸਾਧ ਸੰਗਤ, ਜਿਸ ਪ੍ਰਕਾਰ ਨਾਲ ਕੱਲ੍ਹ ਨੂੰ ਸਤਿਗੁਰਾਂ ਦਾ ਪਵਿੱਤਰ ਪ੍ਰਕਾਸ਼ ਪੁਰਬ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ, ਅਤੇ ਆਪਣਾ ਜੋ 6ਵਾਂ ਅਧਿਆਏ ਵੀ ਕੱਲ੍ਹ ਨੂੰ ਆਰੰਭ ਹੋਵੇਗਾ। ਇਸ 6ਵੇਂ ਅਧਿਆਏ ਦੇ ਅੰਦਰ ਫਿਰ ਸਤਿਗੁਰੂ ਬਖਸ਼ਿਸ਼ ਕਰਨਗੇ ਅਬ ਮੈਂ ਆਪਣੀ ਕਥਾ ਬਖਾਨੋ। ਇੱਥੇ ਫਿਰ ਸਤਿਗੁਰੂ ਆਪਣੀ ਕਥਾ ਜਿਹੜੀ ਹੇਮਕੁੰਟ ਪਰਬਤ ਵਾਲੀ ਅਤੇ ਜਿਸ ਪ੍ਰਕਾਰ ਪਰਮੇਸ਼ਰ ਦੇ ਨਾਲ ਸਤਿਗੁਰਾਂ ਦੇ ਬਚਨ ਬਿਲਾਸ ਹੋਏ ਅਤੇ ਕਿਸ ਪ੍ਰਕਾਰ ਨਾਲ ਪਟਨਾ ਸ਼ਹਿਰ ਵਿਖੇ ਭਵ ਲਿਓ ਪਟਨੇ ਸ਼ਹਿਰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਇਹ ਕਥਾ ਕੱਲ੍ਹ ਨੂੰ 6ਵੇਂ ਅਧਿਆਏ ਦੀ ਆਰੰਭ ਹੋਵੇਗੀ। ਕੱਲ੍ਹ ਨੂੰ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਵੀ ਹੈ। ਸੋ ਸਾਧ ਸੰਗਤ, ਸਤਿਗੁਰੂ ਕਿਰਪਾ ਕਰਨ ਸਾਰੀ ਹੀ ਸੰਗਤ ਕੱਲ੍ਹ ਦੇ ਦਿਹਾੜੇ ਜੋ ਪ੍ਰਕਾਸ਼ ਪੁਰਬ ਹੈ ਸਤਿਗੁਰਾਂ ਦਾ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਆਪਣੀ ਜੀਵਨੀ ਲਿਖੀ, ਆਪਣਾ ਜਿਹੜਾ ਜੀਵਨ ਲਿਖਣਾ ਕੀਤਾ, ਉਹ ਪੁਰਾਤਨ ਜੀਵਨ ਵੀ ਜਿਹੜਾ ਭਜਨ ਬੰਦਗੀ ਕਰਨ ਵਾਲਾ ਜਿਹੜਾ ਉੱਥੇ ਪਹਾੜ ਦੇ ਉੱਪਰ ਹੇਮਕੁੰਟ ਦੇ ਪਹਾੜ ਦੇ ਉੱਪਰ ਕੀਤੀ ਬੰਦਗੀ ਸਤਿਗੁਰਾਂ ਨੇ ਅਤੇ ਪਟਨੇ ਸ਼ਹਿਰ ਅੰਦਰ ਪ੍ਰਕਾਸ਼ ਹੋਇਆ, ਇਹ ਸਾਰੀ ਕਥਾ ਸਤਿਗੁਰਾਂ ਨੇ ਲਿਖੀ ਹੈ। ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਕੱਲ੍ਹ ਨੂੰ ਇਸ ਦਾ ਆਰੰਭ ਹੋਵੇਗੀ ਇਹ ਕਥਾ ਸਤਿਗੁਰਾਂ ਦੇ ਪ੍ਰਕਾਸ਼ ਦੀ। ਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ ਸਾਧ ਸੰਗਤ, ਪਹੁੰਚ ਕਰਕੇ ਇਹ ਜੋ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਖੁਦ ਸਤਿਗੁਰਾਂ ਨੇ ਉਚਾਰਨ ਕੀਤੀ, ਇਹ ਸਤਿਗੁਰਾਂ ਦੀ ਬਾਣੀ ਦੀ ਕਥਾ ਸਰਵਣ ਕਰਕੇ ਤੇ ਆਪਣਾ ਵੀ ਜੀਵਨ ਸਫਲ ਕਰ ਲਈਏ ਤੇ ਸਤਿਗੁਰਾਂ ਦੇ ਆਸ਼ੇ ਅਨੁਸਾਰ ਆਪਣਾ ਜੀਵਨ ਚਲਾ ਕੇ ਤੇ ਭਈ ਪ੍ਰਾਪਤ ਮਾਨੁਖ ਦੇਹ ਆ ਜਿਹੜੀ ਤੇ ਗੋਬਿੰਦ ਮਿਲਣ ਦੀ ਵਾਰੀ ਹੈ। ਤੇ ਇਹ ਆਪਾਂ ਵਾਰੀ ਨਾ ਖੁੰਝਾ ਕੇ ਤੇ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਜੁੜ ਜਾਈਏ। ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ। ਜੋ ਕਥਾ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ, ਗੁਰਬਾਣੀ ਉਚਾਰਦਿਆਂ ਬਹੁਤ ਗਲਤੀਆਂ ਹੋਈਆਂ, ਸਤਿਗੁਰੂ ਬਖਸ਼ਣਹਾਰ ਹਨ, ਬਖਸ਼ ਲੈਣ। ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ। ਸੋ ਆਖਰੀ ਪੰਕਤੀਆਂ ਪੜ੍ਹ ਕੇ ਹੁਣ ਸਾਰੀ ਸਮਾਪਤੀ ਹੈ ਜੀ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੇ ਸ਼ੋਕ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ। हे संगी हे निरंकार हे निर्गुण सब टेक, हे गोबिंद हे गुण निदान जाकै सदा विवेक। हे अपरंपर हर हरे है पी हो बनहार, हे संतह कै सदा संग निधारा आधार।
हे ठाकुर हਉ दासरो मैं निर्गुण गुण नहीं कोय नानक दीजै नाम दान राखो हिय परोए आए प्रभ शरणागति कृपा निध दयाल एक अखर हर मन बसत नानक होत निहाल वाहिगुरु नाम जहाज है चढ़े सोतरे पार जो शरदा कर सेवदे गुर पार उतारन हार जो शरदा कर सेवदे गुर पार उतारन हार। वाहिगुरु जी का खालसा वाहिगुरु जी की फतेह।